ਬੇਅਦਬੀ ਹੁੰਦੀ ਹੈ ਸਿੱਖਾਂ ਦੇ ਹਿਰਦੇ ਜਿਹੜੇ ਨੇ ਬਲੂੰਦਰੇ ਜਾਂਦੇ ਨੇ। ਪਿਛਲੇ ਦਿਨੀ ਪਟਿਆਲਾ 'ਚ ਘਟਨਾ ਵਾਪਰੀ ਹੈਗੀ ਹੈ। ਸਰੋਵਰ ਦੇ ਲਾਗੇ ਜਿਹੜਾ ਹੈਗਾ ਇੱਕ ਬੀਬੀ ਸ਼ਰਾਬ ਪੀਂਦੀ ਜਿਹੜੀ ਹੈ ਪਾਈ ਜਾਂਦੀ ਹੈ। ਮਰਿੰਡੇ ਵਾਲੀ ਬੇਅਦਬੀ ਦੇ ਦੋਸ਼ੀ ਦੀ ਮੌਤ ਹੁੰਦੀ ਹੈ, ਉਹ ਤੋਂ ਬਾਅਦ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਲੱਗਿਆ ਵੀ ਅਸੀਂ ਕਮਜ਼ੋਰ ਪੈ ਗਏ ਆ ਜਾਂ ਸਿੱਖਾਂ ਦਾ ਹੱਥ ਉੱਪਰ ਹੋ ਗਿਆ, ਤਾਂ ਉਹਨਾਂ ਨੇ ਦੇਖੋ ਵੀ ਕਿੰਨੇ ਢੰਗ ਨਾਲ ਇੱਕ ਔਰਤ ਜਿਹੜੀ ਹੈਗੀ ਆ ਉਹਨੂੰ ਸ਼ਰਾਬ ਦੀ ਬੋਤਲ ਦੇ ਕੇ ਉੱਥੇ ਭੇਜਿਆ। ਫਿਰ ਜਿਹੜੀਆਂ ਸਰਕਾਰ ਵੱਲੋਂ ਜਾਂ ਸਟੇਟ ਵੱਲੋਂ ਬੰਦੇ ਮਾਰੇ ਗਏ ਆ, ਜਸਵੰਤ ਸਿੰਘ ਖਾਲੜਾ ਮਾਰੇ ਗਏ ਆ, ਉਹਨਾਂ ਨਾਲ ਵੀ ਕੋਈ ਡਾਇਲਾਗ ਹੋ ਸਕਦਾ ਸੀ। ਬਿਲਕੁਲ ਇਹ ਸਟੇਟ ਨੇ ਐਲੀਮੀਨੇਟ ਕਰੇ ਆ ਨਾ ਬੰਦੇ। ਹਾਲਾਂਕਿ ਸਿੱਖਾਂ ਦੇ ਇੱਕ ਵਰਗ ਵਿੱਚ ਇਹ ਮਾਮਲਾ ਆ ਰਿਹਾ ਵੀ ਸ਼ਾਇਦ ਸਿੱਖ ਹੀ ਗਲਤ ਨੇ, ਹਨਾ। ਸੋ ਉਹ ਆਪਣਾ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਕਦਮ ਦੀਆਂ ਪੈੜਾਂ ਨੇ ਉਹ ਕਿਤੇ ਕੁਝ ਸਿੱਖ ਮਨਾਂ ਵਿੱਚ ਆ ਗਈਆਂ ਹੋਈਆਂ ਨੇ। ਉਹਨਾਂ ਦਾ ਆਪਣੇ ਗੁਰੂ ਨਾਲੋਂ ਜਾਂ ਆਪਣੇ ਇਤਿਹਾਸ ਨਾਲੋਂ ਭਰੋਸਾ ਟੁੱਟ ਕੇ ਇਸ ਵਿਚਾਰਧਾਰਾ ਵਿੱਚ ਭਰੋਸਾ ਬਣਦਾ ਜਾ ਰਿਹਾ ਵੀ ਕਿਤੇ ਅਸੀਂ ਤਾਂ ਨਹੀਂ ਗਲਤੀ ਕਰ ਰਹੇ। 84 ਦੇ ਵਿੱਚ ਜੋ ਕੁਝ ਵਾਪਰਿਆ ਉਸਦੇ ਵੀ ਇੱਕ ਵੱਡੀ ਤਰੇੜ ਜਿਹੜੀ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾਉਣੀ ਸੀ, ਪਰ ਉਹ ਤਰੇੜ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੀ। ਇੱਕ ਕਿਸਾਨੀ ਨੇ ਸਾਰਾ ਜਿਹੜਾ ਆਪਣਾ ਸੌਦਾ ਹੈ ਉਹ ਹਿੰਦੂ ਜਿਹੜੇ ਦੁਕਾਨਦਾਰ ਉਹਨਾਂ ਤੋਂ ਲੈਣਾ। ਸੋ ਇਹ ਇੱਕ ਰਿਸ਼ਤਾ ਕ੍ਰੀਏਟ ਹੋਇਆ, ਇਹਨੂੰ ਤੋੜਨ ਦੇ ਯਤਨ ਹੋ ਰਹੇ ਨੇ। ਸੋ ਇਹ ਕਾਰਨ ਇਹ ਵਾਰ-ਵਾਰ ਉਹ ਧਿਰਾਂ ਆ ਰਹੀਆਂ ਨੇ, ਵਾਰ-ਵਾਰ ਸਰਕਾਰਾਂ ਵੱਲੋਂ, ਸੱਤਾਧਾਰੀਆਂ ਵੱਲੋਂ ਤੇ ਜਿਹੜੀਆਂ ਮੈਨੂਪੂਲੇਟਡ ਲੋਕ ਨੇ ਅਫਸਰਸ਼ਾਹੀ ਵੱਲੋਂ, ਉਹਨਾਂ ਵੱਲੋਂ ਸਾਨੂੰ ਲੱਗਦਾ ਵੀ ਇਹ ਵਾਰ-ਵਾਰ ਯਤਨ ਹੋ ਰਹੇ ਨੇ। ਜੇ ਰਾਘਵ ਚੱਡੇ ਦੇ ਵਿਆਹ ਤੇ ਉਹਦੀ ਮੰਗਣੀ ਤੇ ਜਾਣ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਜਾਂਦੇ ਆ, ਤਾਂ ਉੱਥੇ ਜਾਣਾ ਉਹਨਾਂ ਦਾ ਨੈਤਿਕ ਤੌਰ ਤੇ ਜਾਂ ਸਵਾਲਾਂ ਦੇ ਘੇਰੇ ਵਿੱਚ ਆਉਣਾ ਸੀ। ਜਿਹੜੀਆਂ ਤਾਕਤਾਂ ਨੇ ਇਹ ਸਾਰੇ ਆਰਗੇਨਾਈਜ਼ ਕਰੇ ਆ ਸਿਸਟਮ, ਹਨਾ। ਸੋ ਉਹਨਾਂ ਨੇ ਰਾਘਵ ਚੱਡੇ ਦੀ ਮੰਗਣੀ ਤੇ ਜਾਣਾ ਪਹਿਲਾਂ ਸਮਝਿਆ, ਭਾਈ ਪੰਜਵੜ ਦੇ ਜਿਹੜਾ ਪਰਿਵਾਰ ਨੂੰ ਉਹ ਬਾਅਦ ਚ ਮਿਲਣ ਗਏ। ਤਾਂ ਇਹ ਸਿਨੈਰੀਓ ਸਿੱਖਾਂ ਲਈ ਵੱਧ ਘਾਤਕ ਹੈਗਾ ਵੀ ਜਥੇਦਾਰ ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਦੇ ਜਿਹੜੀ ਇਹ ਪਕੜ ਵਿੱਚ ਆ ਗਿਆ ਹੋਇਆ ਔਰ ਉਹਨਾਂ ਦੇ ਹਿਸਾਬ ਨਾਲ ਜਿਹੜੇ ਫੈਸਲੇ ਲਊਗਾ। ਸੋ ਸਾਨੂੰ ਇਸ ਗੱਲੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਵੀ ਕਿਤੇ ਇਹ ਨਾ ਹੋਵੇ ਵੀ ਆਪਾਂ ਅਕਾਲੀ ਦਲ ਦੀਆਂ ਗਲਤੀਆਂ ਜਾਂ ਸ਼੍ਰੋਮਣੀ ਕਮੇਟੀ ਦੀਆਂ ਗਲਤੀਆਂ ਦਾ ਰਾਗ ਲਾਪਦੇ ਆਪਣੇ ਗਲ ਇਹੋ ਜਿਹਾ ਸੱਪ ਪਵਾ ਲਈਏ ਭਾਰਤੀ ਜਨਤਾ ਪਾਰਟੀ ਦੇ ਸੰਘ ਪਰਿਵਾਰ ਦਾ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਗਲਤੀਆਂ ਸਾਡੀ ਕੌਮ ਦੀਆਂ ਨਿੱਜੀ ਗਲਤੀਆਂ ਨੇ। ਸਰਦਾਰ ਅਵਤਾਰ ਸਿੰਘ ਜੀ, ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਹੈ ਬੇਅਦਬੀ ਦੀਆਂ ਘਟਨਾਵਾਂ ਤੋਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਦੇ ਜੇ ਆਪਾਂ ਪਿਛਲੇ ਕੁਝ ਸਮੇਂ ਦੀ ਗੱਲ ਕਰ ਲਈਏ ਤਾਂ ਉੱਦਾਂ ਦੇ 2015 ਤੋਂ ਜਦੋਂ ਤੋਂ ਬਰਗਾੜੀ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ, ਬਹੁਤ ਸਾਰੀਆਂ ਘਟਨਾਵਾਂ ਉਦੋਂ ਤੋਂ ਵਾਪਰ ਰਹੀਆਂ ਨੇ, ਪਰ ਪਿਛਲੇ ਕੁਛ ਆਪਾਂ ਕਹਿ ਲਈਏ ਕਿ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਤੇਜ਼ੀ ਆਈ ਹੈਗੀ ਆ। ਕੁਛ ਹੀ ਦਿਨਾਂ ਦੇ ਵਿੱਚ 3-4 ਘਟਨਾਵਾਂ ਹੋ ਜਾਣਗੀਆਂ। ਕਿਤੇ ਨਾ ਕਿਤੇ ਜਿਹੜਾ ਹੈ ਜਦੋਂ ਬੇਅਦਬੀ ਹੁੰਦੀ ਹੈ ਸਿੱਖਾਂ ਦੇ ਹਿਰਦੇ ਜਿਹੜੇ ਨੇ ਬਲੂੰਦਰੇ ਜਾਂਦੇ ਨੇ। ਪਿਛਲੇ ਦਿਨੀ ਪਟਿਆਲਾ 'ਚ ਘਟਨਾ ਵਾਪਰੀ ਹੈਗੀ ਹੈ। ਸਰੋਵਰ ਦੇ ਲਾਗੇ ਜਿਹੜਾ ਹੈਗਾ ਇੱਕ ਬੀਬੀ ਸ਼ਰਾਬ ਪੀਂਦੀ ਜਿਹੜੀ ਹੈ ਪਾਈ ਜਾਂਦੀ ਹੈ। ਉਸ ਨੂੰ ਜਿਹੜਾ ਹੈਗਾ ਕਮੇਟੀ ਵਾਲੇ ਫੜ ਕੇ ਤੇ ਜਿਹੜਾ ਦੇ ਦਿੰਦੇ ਆ, ਪੁਲਿਸ ਦੀ ਹਿਰਾਸਤ ਦੇ ਦਿੰਦੇ ਆ। ਜਿਸ ਤੋਂ ਬਾਅਦ ਕਿ ਇੱਕ ਉੱਥੇ ਆਪਾਂ ਕਹਿ ਲਈਏ ਕਿ ਪ੍ਰੇਮੀ ਕਹਿ ਲਈਏ ਜਾਂ ਗੁਰੂ ਦਾ ਸਿੰਘ ਜਿਹਦੇ ਕਿ ਭਾਵਨਾ ਨੂੰ ਜਿਹੜੀ ਸੱਟ ਵੱਜੀ ਉਸਨੇ ਉਸ ਬੀਬੀ ਦਾ ਸੌਦਾ ਵੀ ਲਾ ਦਿੱਤਾ। ਕਿਵੇਂ ਦੇਖਦੇ ਹੋ ਇਸ ਪਾਰਟੀਕੂਲਰ ਘਟਨਾ ਨੂੰ? ਹਾਂਜੀ, ਸੋ ਇਹ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਮਰਿੰਡੇ ਵਾਲੀ ਘਟਨਾ ਤੋਂ ਬਾਅਦ ਫਿਰ ਹੁਣ 3 ਘਟਨਾਵਾਂ ਹੋ ਗਈਆਂ ਨੇ ਲਗਾਤਾਰ, ਹਨਾ ਜੀ। ਸੋ ਉਸ ਦੋਸ਼ੀ ਦਾ ਚਲੋ ਉਹਦੇ ਨਾਲ ਜੋ ਵੀ ਉਹ ਵੀ ਫੜ ਕੇ ਅਸੀਂ ਪੁਲਿਸ ਨੂੰ ਦਿੱਤਾ ਸੀ, ਹਨਾ ਉਹਨਾਂ ਨੇ, ਤੇ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਜਾਂ ਨਹੀਂ ਹੋਈ। ਮੁੜ ਕੇ ਚਲੋ ਉਹਦਾ ਉਹ ਬਿਮਾਰ ਹੋ ਗਿਆ ਤੇ ਉਹਦੀ ਮੌਤ ਹੋ ਗਈ, ਹਨਾ। ਉਹ ਤੋਂ ਬਾਅਦ ਹੁਣ ਲਗਾਤਾਰ ਹੁਣ ਇਹ ਹੋ ਸਕਦਾ ਜਿਹੜੀ ਆਪਾਂ ਗੱਲ ਕਹੀ ਸੀ ਵੀ ਉਹ ਜਿਹੜਾ ਮਰਿੰਡੇ ਵਾਲੀ ਘਟਨਾ ਦੇ ਦੋਸ਼ੀ ਦੀ ਮੌਤ ਹੋਈ ਹੈ, ਸ਼ਾਇਦ ਉਹ ਤੋਂ ਕੁਛ ਲੋਕਾਂ ਨੂੰ ਦੁੱਖ ਲੱਗਿਆ ਹੋਵੇ ਜਿਹੜੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਕਰਾ ਰਹੇ ਆ। ਸੋ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਲੱਗਿਆ ਹੋਵੇ ਵੀ ਗਲਤ ਹੋਇਆ, ਸੋ ਉਹਨਾਂ ਨੇ ਦੁਬਾਰੇ ਸਿੱਖਾਂ ਦੇ ਹਿਰਦੇ ਬਲੂੰਦਰਨ ਲਈ। ਸੋ ਹੁਣ ਤੁਸੀਂ ਦੇਖੋ ਵੀ ਉਹ ਤੋਂ ਅਗਲੀ ਆਪਾਂ ਕਰ ਰਹੇ ਸੀ ਨਾ ਵੀ ਮਰਿੰਡੇ ਦੀ ਬੇਅਦਬੀ ਘਟਨਾ ਹੋਈ, ਉਹ ਤੋਂ ਬਾਅਦ ਦਰਬਾਰ ਸਾਹਿਬ ਦੇ ਲਾਗੇ ਬੰਬ ਧਮਾਕੇ ਹੋਏ। ਆਪਾਂ ਪਿਛਲੇ ਪ੍ਰੋਗਰਾਮ 'ਚ ਕਰਿਆ ਸੀ ਨਾ, ਉਸ ਤੋਂ ਪਹਿਲਾਂ ਉਹ ਟੈਟੂ ਵਾਲੀਆਂ ਘਟਨਾਵਾਂ ਹੋਈਆਂ। ਸੋ ਇਹ ਲਗਾਤਾਰ ਤਾਂ ਵੀ ਹੁਣ ਜਦੋਂ ਮਰਿੰਡੇ ਵਾਲੇ ਬੰਬ ਧਮਾਕੇ ਦੇ ਉਹਦੇ ਮਰਿੰਡੇ ਵਾਲੀ ਬੇਅਦਬੀ ਦੇ ਦੋਸ਼ੀ ਦੀ ਮੌਤ ਹੁੰਦੀ ਹੈ, ਉਹ ਤੋਂ ਬਾਅਦ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਲੱਗਿਆ ਵੀ ਅਸੀਂ ਕਮਜ਼ੋਰ ਪੈ ਗਏ ਆ ਜਾਂ ਸਿੱਖਾਂ ਦਾ ਹੱਥ ਉੱਪਰ ਹੋ ਗਿਆ, ਤਾਂ ਉਹਨਾਂ ਨੇ ਦੇਖੋ ਵੀ ਕਿੰਨੇ ਢੰਗ ਨਾਲ ਇੱਕ ਔਰਤ ਜਿਹੜੀ ਹੈਗੀ ਆ ਉਹਨੂੰ ਸ਼ਰਾਬ ਦੀ ਬੋਤਲ ਦੇ ਕੇ ਉੱਥੇ ਭੇਜਿਆ। ਔਰ ਇਹ ਸਾਡੇ ਲਈ ਸੋਚਣਾ ਵੀ ਗੁਨਾਹ ਹੈਗਾ ਵੀ ਉੱਥੇ ਕਿਸੇ ਵੀ ਗੁਰੂ ਧਾਮ ਦੇ ਸਰੋਵਰ ਦੇ ਕੰਢੇ ਤੇ ਬੈਠ ਕੇ ਕੋਈ ਸ਼ਰਾਬ ਦਾ ਸੇਵਨ ਕਰ ਸਕਦਾ ਹੈ। ਹੁਣ ਜਿਹੜਾ ਉਹਨਾਂ ਘਟਨਾਵਾਂ ਦਾ ਤੁਸੀਂ ਸਿਰ ਮੋਡਸ ਆਪਰੈਂਡੀ ਦੇਖੋ ਵੀ ਜਦੋਂ ਸ਼੍ਰੀ ਦਰਬਾਰ ਸਾਹਿਬ 'ਚ ਜਿਹੜੀ ਘਟਨਾ ਹੋਈ ਸੀ, ਜਿੱਥੇ ਉਸ ਵਿਅਕਤੀ ਨੂੰ ਸਿੱਖ ਸੰਗਤ ਨੇ ਸੌਦਾ ਲਾ ਦਿੱਤਾ ਸੀ, ਉਹਦੇ ਫਿੰਗਰਪ੍ਰਿੰਟਸ ਵਗੈਰਾ ਤੋਂ ਕੁਝ ਵੀ ਨਹੀਂ ਲੱਭਿਆ ਵੀ ਉਹ ਬੰਦਾ ਕੌਣ ਆ ਜੀ। ਕੋਈ ਆਧਾਰ ਕਾਰਡ ਦਾ ਉਹਦਾ ਕੋਈ ਨਹੀਂ ਮਿਲਿਆ। ਜਿਹੜੀ ਇਹ ਪਟਿਆਲੇ ਵਾਲੀ ਔਰਤ ਆ, ਇਹਨੇ ਵੀ ਜਾਲੀ ਨਾਂ ਤੇ ਆਧਾਰ ਕਾਰਡ ਬਣਾਇਆ ਹੋਇਆ ਸੀ।
ਠੀਕ ਹੈ ਨਾ, ਇਹਦਾ ਨਾਂ ਕੁਝ ਹੋਰ ਆ, ਇਹਨੇ ਕਿਸੇ ਜਾਲੀ ਨਾਂ ਤੇ ਹੋਰ ਆਪਣਾ ਆਧਾਰ ਕਾਰਡ ਬਣਾਇਆ ਹੋਇਆ ਸੀ। ਉਹ ਤਾਂ ਚਲੋ ਕਿਤੇ ਵੀ ਉਹਦੇ ਫਿੰਗਰਪ੍ਰਿੰਟ ਮਿਲ ਗਏ ਜਾਂ ਕਿਸੇ ਤਰ੍ਹਾਂ ਨਾਲ ਹੋ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਬੰਦੇ ਆ ਉਹਨਾਂ ਨੂੰ ਜਾਣਬੁੱਝ ਕੇ ਭੇਜਿਆ ਜਾਂਦਾ ਹੈ ਵੀ ਉਹ ਜਿਹੜੀਆਂ ਬੇਅਦਬੀਆਂ ਕਰਨ ਦਾ। ਸੋ ਇਹ ਜਿਹੜੀ ਪਟਿਆਲੇ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਘਟਨਾ ਹੋਈ ਹੈ, ਸੋ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲੀ ਸੀ। ਔਰ ਇਹ ਕੋਈ ਹਿਮਾਕਤ ਇੰਨੀ ਵੱਡੀ, ਇੰਨਾ ਜਗਰਾ ਕੋਈ ਕਿਵੇਂ ਕਰ ਜਵੇ ਵੀ ਉਸ ਦਰਬਾਰ ਸਾਹਿਬ ਦੇ ਜਿਹੜਾ ਹੈਗਾ ਪਟਿਆਲੇ ਵਾਲਾ ਗੁਰੂ ਧਾਮ ਜਿਹੜਾ, ਤੇ ਉਹਦੇ ਜਿਹੜਾ ਸਰੋਵਰ ਦੇ ਕੰਢੇ ਤੇ ਬੈਠ ਕੇ ਇਸ ਤਰ੍ਹਾਂ ਦਾ ਜਿਗਰਾ, ਇਸ ਤਰ੍ਹਾਂ ਦੀ ਹਿੰਮਤ ਕਿਸ ਤਰ੍ਹਾਂ ਕਰ ਜਵੇ ਵੀ ਇਹ ਹੋ ਸਕਦਾ। ਸੋ ਉਹਦੇ ਚੋਂ ਫਿਰ ਬਕਾਇਦਾ ਹੋਇਆ ਵੀ ਜਿਹੜੇ ਸ਼ਰਧਾਲੂ ਨੇ ਜਾਂ ਉੱਥੇ ਪ੍ਰਬੰਧਕ ਨੇ, ਉਹਨਾਂ ਨੇ ਉਸ ਬੱਚੀ ਨੂੰ ਫੜਿਆ, ਲੈ ਕੇ ਮੈਨੇਜਰ ਕੋਲ ਗਏ ਹੈਗੇ ਨਾ, ਬਕਾਇਦਾ ਉਹਨਾਂ ਨਾਲ ਗੱਲਬਾਤ ਹੋਈ। ਉੱਥੇ ਵੀ ਉਹਨੇ ਸ਼ਰਾਬ ਦੀ ਬੋਤਲ ਨਾਲ ਤੋੜ ਕੇ ਜਿੱਦਾਂ ਕਿਸੇ ਤੇ ਹਮਲਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਆ। ਇੱਕਦਮ ਫੇਰ ਅਗਰੈਸਿਵ ਹੋਈ ਆ ਉਹ, ਆਪਣੀ ਗਲਤੀ ਮੰਨਣ ਨਾਲੋਂ ਜਿਸ ਤਰ੍ਹਾਂ ਅਗਰੈਸਿਵ ਹੋਈ ਆ। ਤੇ ਉਹਦੇ ਚੋਂ ਬਾਅਦ ਜਿਹੜਾ ਉਹ ਗੁਰਸਿੱਖ ਵੀਰ ਸੀ, ਜਿਹੜਾ ਕਿ ਸਵੇਰੇ ਸ਼ਾਮ ਜਿਹੜਾ ਗੁਰੂ ਘਰ ਆਉਂਦੇ ਹੈਗੇ ਆ, ਇੱਕ ਸ਼ਰਧਾਲੂ ਸਿੱਖ ਹੈਗਾ, ਉਹਦੇ ਵੱਲੋਂ ਜਿਸ ਤਰ੍ਹਾਂ ਉਹਦਾ ਕਤਲ ਕਰ ਦਿੱਤਾ ਜਾਂਦਾ ਹੈਗਾ। ਸੋ ਇਹ ਹੁੰਦਾ ਹੁਣ ਇਹ ਘਟਨਾਵਾਂ ਇਹ ਆ ਰਹੀਆਂ ਨੇ ਵੀ ਉਹਨੂੰ ਸਮਝਾਇਆ ਜਾਣਾ ਚਾਹੀਦਾ ਸੀ, ਹੈ ਨਾ, ਜਾਂ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਬਕਾਇਦਾ ਗੱਲਬਾਤ ਕੀਤੀ ਗਈ ਆ, ਉਹਨੂੰ ਸਰੋਵਰ ਦੇ ਕੰਢੇ ਤੋਂ ਉਠਾ ਕੇ ਦਫ਼ਤਰ ਵਿੱਚ ਲਿਜਾਇਆ ਗਿਆ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਉਹ ਅਗਰੈਸਿਵ ਵੀ ਇੰਨੀ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ। ਹੁਣ ਜਦੋਂ ਸਮਝਾਉਣ ਦਾ ਚੱਕਰ ਆਉਂਦਾ ਵੀ ਸਮਝਾਇਆ ਜਾ ਸਕਦਾ ਸੀ, ਫਿਰ ਜਿਹੜੀਆਂ ਸਰਕਾਰ ਵੱਲੋਂ ਜਾਂ ਸਟੇਟ ਵੱਲੋਂ ਬੰਦੇ ਮਾਰੇ ਗਏ ਆ, ਜਸਵੰਤ ਸਿੰਘ ਖਾਲੜਾ ਮਾਰੇ ਗਏ ਆ, ਉਹਨਾਂ ਨਾਲ ਵੀ ਕੋਈ ਡਾਇਲਾਗ ਹੋ ਸਕਦਾ ਸੀ। ਬਿਲਕੁਲ, ਫਿਰ ਸਟੇਟ ਨੇ ਐਲੀਮੀਨੇਟ ਕਰੇ ਆ ਨਾ ਬੰਦੇ, ਹਨਾ। ਸੋ ਜਦੋਂ ਇਸ ਤਰ੍ਹਾਂ ਹਜ਼ਾਰਾਂ, ਮੇਰੇ ਖਿਆਲ 50-60 ਹਜ਼ਾਰ ਨੌਜਵਾਨ ਆ, ਠੀਕ ਹੈ, ਜੇ ਉਹ ਭਾਰਤੀ ਕਾਨੂੰਨ ਜਾਂ ਸੰਵਿਧਾਨ ਅਨੁਸਾਰ ਭਟਕ ਵੀ ਗਏ ਸੀ ਰਸਤੇ ਤੋਂ, ਤੇ ਉਹਨਾਂ ਦੇ ਹਿਸਾਬ ਨਾਲ ਹੀ ਸਜ਼ਾ ਦਿੰਦੇ, ਉਹਨਾਂ ਨੂੰ ਜਿੱਦਾਂ ਉਹਨਾਂ ਨੂੰ ਵੀ ਸਮਝਾਇਆ ਜਾ ਸਕਦਾ ਸੀ ਨਾ, ਉਹਦੇ ਬਾਰੇ ਵੀ ਗੱਲ ਕੀਤੀ ਜਾ ਸੀ। ਉਹ ਬਿਲਕੁਲ ਬਰੂਟਲੀ ਪਰਿਵਾਰਾਂ ਦੇ ਪਰਿਵਾਰ, ਉਹਨਾਂ ਦੇ ਗਾਂਹ ਰਿਸ਼ਤੇਦਾਰ, ਮਾਮਿਆਂ ਚਾਚਿਆਂ ਤਾਇਆਂ ਦੇ ਵੀ ਘਰ ਢਾਹ ਦੇਣੇ, ਡੰਗਰ ਬੱਛਾ ਖੋਲ ਕੇ ਲੈ ਜਾਣਾ, ਤੇ ਸਾਰਾ ਕੁਝ ਮਤਲਬ ਕਿ ਇਸ ਤਰ੍ਹਾਂ ਦਾ ਹੋਇਆ। ਸੋ ਇਹ ਹੈਗਾ ਵੀ ਸਿੱਖਾਂ ਵਿੱਚੋਂ ਹੀ ਕੁਝ ਜਿਹੜਾ ਇੱਕ ਜਿਹੜਾ ਵਰਗ ਹੈਗਾ, ਜਿਹੜਾ ਗੁਰੂ ਵਿੱਚ ਸ਼ਰਧਾ ਨਾਲੋਂ ਆਪਣੀ ਸੋਸ਼ਲ ਮੀਡੀਆ ਤੇ ਵਾਹਵਾ ਕਰਾਉਣ ਦੀ ਜਿਹੜੀ ਕਾਰਵਾਈ ਕਰ ਰਿਹਾ, ਉਹ ਇਸ ਨੂੰ ਡਿਫਲੈਕਟ ਕਰ ਰਿਹਾ। ਉਹਨਾਂ ਨੇ ਇੱਕ ਤਰ੍ਹਾਂ ਨਾਲ ਵਰਗ ਤਿਆਰ ਕਰ ਲਿਆ ਹੋਇਆ। ਜਿਹੜੀ ਇੱਕ ਵੀਡੀਓ ਆਈ ਸੀ ਨਾ, ਤੁਸੀਂ ਦੇਖੋ ਵੀ 1300 ਹਿੰਦੂ ਵਿਦਵਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ, ਅਮਰੀਕਾ ਵਿੱਚ ਹੋਈ ਆ। ਉਹਦੇ ਵਿੱਚ ਉਹ ਬੰਦਾ ਕਹਿ ਰਿਹਾ ਵੀ ਸਿੱਖਾਂ ਨੂੰ ਸਿੱਖੀ ਦੇ ਐਂਗਲ ਤੋਂ ਹੀ ਹਰਾਉਣ ਦੀ ਕੋਸ਼ਿਸ਼ ਕਰੋ, ਮਤਲਬ ਇਹਨਾਂ ਨੂੰ ਇੰਨਾ ਕਨਫਿਊਜ਼ ਕਰ ਦਿਓ। ਵੀਡੀਓ 'ਚ ਇਹ ਗੱਲ ਕਹਿ ਰਿਹਾ, ਸ਼ਰੇਆਮ ਕਹਿ ਰਿਹਾ, ਹਾਂਜੀ, ਵੀ ਉਹ ਗੁਰਬਾਣੀ ਦਾ ਜਾਂ ਸਿੱਖ ਇਤਿਹਾਸ ਦੇ ਇਸ ਤਰ੍ਹਾਂ ਦੇ ਪ੍ਰਮਾਣ ਦੇ ਕੇ ਸਿੱਖਾਂ ਨੂੰ ਇੰਨੇ ਭੰਬਲ ਭੂਸੇ ਵਿੱਚ ਪਾ ਦਿਓ, ਉਹਨਾਂ ਦੇ ਮਨ ਵਿੱਚ ਹੀ ਸ਼ੰਕਾ ਖੜਾ ਹੋਣ ਲੱਗ ਜਾਵੇ ਵੀ ਕਿਤੇ ਅਸੀਂ ਤਾਂ ਨਹੀਂ ਗਲਤ ਹੋ ਰਹੇ। ਹਾਲਾਂਕਿ ਸਿੱਖਾਂ ਦੇ ਇੱਕ ਵਰਗ ਵਿੱਚ ਇਹ ਮਾਮਲਾ ਆ ਰਿਹਾ ਵੀ ਸ਼ਾਇਦ ਸਿੱਖ ਹੀ ਗਲਤ ਨੇ, ਹਨਾ। ਸੋ ਉਹ ਆਪਣਾ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਕਦਮ ਦੀਆਂ ਪੈੜਾਂ ਨੇ, ਉਹ ਕਿਤੇ ਕੁਝ ਸਿੱਖ ਮਨਾਂ ਵਿੱਚ ਆ ਗਈਆਂ ਹੋਈਆਂ ਨੇ। ਉਹਨਾਂ ਦਾ ਆਪਣੇ ਗੁਰੂ ਨਾਲੋਂ ਜਾਂ ਆਪਣੇ ਇਤਿਹਾਸ ਨਾਲੋਂ ਭਰੋਸਾ ਟੁੱਟ ਕੇ ਇਸ ਵਿਚਾਰਧਾਰਾ ਵਿੱਚ ਭਰੋਸਾ ਬਣਦਾ ਜਾ ਰਿਹਾ ਵੀ ਕਿਤੇ ਅਸੀਂ ਤਾਂ ਨਹੀਂ ਗਲਤੀ ਕਰ ਰਹੇ, ਹਨਾ। ਜਿਹੜਾ ਅਸੀਂ ਗੁਰੂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਇਸ ਤਰ੍ਹਾਂ ਆਪਣੇ ਆਪ ਸਜ਼ਾ ਦੇ ਰਹੇ ਹੈਗੇ ਆ ਵੀ ਕਿਤੇ ਅਸੀਂ ਤਾਂ ਨਹੀਂ ਗਲਤ। ਸੋ ਉਹ ਸਾਰਾ ਇਹ ਪ੍ਰੋਪੇਗੈਂਡਾ ਮਸ਼ੀਨਰੀ ਆ, ਉਹਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਨੇ ਝੋਕੇ ਹੋਏ ਨੇ, ਬਹੁਤ ਸਾਰੇ ਪੱਤਰਕਾਰ ਨੇ, ਬਹੁਤ ਸਾਰੇ ਧਾਰਮਿਕ ਵਿਅਕਤੀ। ਦੇਖੋ ਵੀ ਜਦੋਂ ਕਿਤੇ ਕੌਮ ਦੇ ਨਾਲ ਧੱਕਾ ਹੁੰਦਾ, ਇਹ ਲੋਕ ਸਰਕਾਰ ਵੱਲ ਜਾ ਕੇ, ਜਾਂ ਆਪਾਂ ਕਹਿ ਲਈ ਕਿ ਹਕੂਮਤ ਵੱਲ ਜਾ ਕੇ ਜਿਹੜਾ ਖੜੇ ਹੋ ਜਾਂਦੇ ਆ, ਜਾਂ ਸਿੱਖ ਵਿਰੋਧੀਆਂ ਦੇ ਹੱਕ 'ਚ ਭੁਗਤਦੇ ਆ। ਹਮੇਸ਼ਾ ਹੀ ਚਾਹੇ ਕੋਈ ਵੀ ਘਟਨਾ ਹੋਈ ਹੋਵੇ, ਇਹਨਾਂ ਨੇ ਸਿੱਖਾਂ ਦੇ ਸਿਰ ਹੀ ਪਾਉਣੀ ਹੁੰਦੀ ਹੈ। ਹਾਂਜੀ, ਉਹ ਸਾਰਾ ਕੁਛ ਹੀ ਉਹ ਪ੍ਰੋਪੇਗੈਂਡਾ ਅਸਲ 'ਚ ਉਹਨਾਂ ਨੂੰ ਵਰਤਿਆ ਜਾ ਰਿਹਾ, ਉਹਨਾਂ ਨੂੰ ਆਪ ਨਹੀਂ ਪਤਾ ਵੀ ਸਾਨੂੰ ਕੋਈ ਵਰਤ ਰਿਹਾ ਉਹਨਾਂ, ਔਰ ਜੇ ਪਤਾ ਵੀ ਹੈ, ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਨੇ, ਵੀ ਕਿਸੇ ਦੀ ਸਿਕਿਉਰਿਟੀ ਦੀ ਪ੍ਰੋਬਲਮ ਆ, ਕੋਈ ਕੰਮ ਨਹੀਂ ਕਰਦਾ, ਉਹਨੂੰ ਪੈਸੇ ਵਗੈਰਾ ਸਰਕਾਰ ਵੱਲੋਂ ਮਿਲ ਜਾਂਦੇ ਨੇ ਨਾ, ਉਹਨਾਂ ਦੀ ਲਾਈਵਲੀਹੁੱਡ ਆ। ਸੋ ਜਿਹੜੇ ਸੋ ਕਾਲਡ ਪੱਤਰਕਾਰ ਵਗੈਰਾ ਬਣਾਏ ਹੋਏ ਨੇ, ਉਹਨਾਂ ਨੂੰ ਬਕਾਇਦਾ ਪੇਮੈਂਟਸ ਜਿਹੜੀਆਂ ਜਾਂਦੀਆਂ ਨੇ ਉਹ ਪੇ ਰੋਲ ਤੇ ਨੇ। ਸੋ ਇੱਕ ਪੂਰੀ ਸਿਧਾਂਤਕ ਘੇਰਾਬੰਦੀ ਦੇ ਤਹਿਤ ਇੱਕ ਹਮਲਾ ਹੋ ਰਿਹਾ ਵੀ ਸਿੱਖਾਂ ਤੇ ਅਟੈਕ ਵੀ ਕਰਿਆ ਜਾਵੇ, ਔਰ ਸਿੱਖਾਂ ਦੇ ਵਿੱਚੋਂ ਹੀ ਉਸ ਅਟੈਕ ਨੂੰ ਜਾਇਜ਼ ਠਹਿਰਾਉਣ ਵਾਲੀਆਂ ਜਿਹੜੀਆਂ ਧਿਰਾਂ ਨੇ ਇੰਨੀਆਂ ਆਵਾਜ਼ਾਂ ਖੜੀਆਂ ਕਰ ਦੋ। ਹੁਣ ਉਹ ਚੰਡੀਗੜ੍ਹ ਤੋਂ ਇੱਕ ਅਖਬਾਰ ਛਪਦਾ, ਜਿਹੜਾ ਉਹਦੀ ਔਰਤ ਜਿਹੜੀ ਪੱਤਰਕਾਰ ਹੈਗੀ ਆ, ਉਹ ਲਗਾਤਾਰ ਲੱਗ ਰਿਹਾ ਹੈ ਨਾ ਵੀ ਦੇ ਹੈਵ ਬੀਨ ਪੇਡ ਟੂ ਮਚ ਮਨੀ, ਹੈ ਨਾ, ਵੀ ਸਿੱਖਾਂ ਦੇ ਖਿਲਾਫ ਬੋਲਣ ਲਈ ਉਹਨਾਂ ਨੂੰ, ਇਹਨਾਂ ਲੋਕਾਂ ਦੀ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਆ। ਸੋ ਜਦੋਂ ਜ਼ਮੀਰ ਮਰ ਜਾਂਦੀ ਆ, ਫਿਰ ਉਹ ਜਿੱਦਾਂ ਸੰਤ ਜੀ ਕਹਿੰਦੇ ਵੀ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਮੌਤ ਹੁੰਦਾ। ਸੋ ਇਹ ਮਰੀ ਜ਼ਮੀਰ ਵਾਲੇ ਜਿਹੜੇ ਲੋਕ ਨੇ, ਉਹਨਾਂ ਨੇ ਆਪਣੀ ਪੇ ਰੋਲ ਤੇ ਲਏ ਨੇ, ਤੇ ਉਹ ਲਗਾਤਾਰ ਆਪਾਂ ਕਹਿ ਸਕਦੇ ਹਾਂ ਵੀ ਬਕਵਾਸ ਕਰ ਰਹੇ ਆ। ਜੀ ਬਿਲਕੁਲ ਜੀ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਰਾਜਪੁਰੇ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਜਿੱਥੇ ਕਿ ਇੱਕ ਜਿਹੜਾ ਹੈਗਾ ਨੌਜਵਾਨ, ਉਹ ਗੁਰਦੁਆਰਾ ਸਾਹਿਬ 'ਚ ਨੰਗੇ ਸਿਰ ਜਾਂਦਾ, ਬੂਟ ਪਾ ਕੇ ਜਾਂਦਾ ਹੈ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਉੱਥੋਂ ਇੱਕ ਵਾਰੀ ਜਿਹੜਾ ਹੈ ਸਮਝਾ ਬੁਝਾ ਕੇ ਉੱਥੋਂ ਬਾਹਰ ਕੀਤਾ ਜਾਂਦਾ ਵੀ ਇਹ ਮਰਿਆਦਾ ਨਹੀਂ ਹੈਗੀ, ਪਰ ਫਿਰ ਦੁਬਾਰਾ ਕਹਿੰਦੇ ਵੀ ਉਹ ਧੱਕੇ ਦੇ ਨਾਲ ਵੜ ਗਿਆ, ਤੇ ਫਿਰ ਜਿਹੜਾ ਸੰਗਤਾਂ ਨੇ ਫੜ ਕੇ
ਉਹਦਾ ਵੀ ਕਾਫੀ ਜਿਹੜਾ ਕੁੱਟ ਕਟਾਪਾ ਵੀ ਉੱਥੇ ਹੋਇਆ ਹੈਗਾ। ਭਾਵੇਂ ਕਿ ਕੇਸ ਥੋੜਾ ਜਿਹਾ ਜੈਨੂਅਨ ਲੱਗਦਾ ਕਿਉਂਕਿ ਪਰਿਵਾਰ ਉਸ ਵੇਲੇ ਸਾਹਮਣੇ ਆ ਗਿਆ, ਇਹਨੂੰ ਕਿਵੇਂ ਦੇਖਦੇ? ਹਾਂਜੀ, ਸੋ ਠੀਕ ਹੈ, ਅਸੀਂ ਸਮਝਦੇ ਹਾਂ ਵੀ ਜਿਹੜੀ ਰਾਜਪੁਰੇ ਵਾਲੀ ਘਟਨਾ ਨਾ, ਉਹ ਬੱਚਾ ਵਾਕਈ ਦਿਮਾਗੀ ਤੌਰ ਤੇ ਪਰੇਸ਼ਾਨ ਹੈਗਾ ਨਾ। ਸੋ ਆਪਾਂ ਸਾਰੀਆਂ ਘਟਨਾਵਾਂ ਨੂੰ ਇੱਕੋ ਲੜੀ ਵਿੱਚ ਪਰੋ ਕੇ ਨਾ ਦੇਖੀਏ। ਉਹਦੇ ਪਰਿਵਾਰ ਦੀਆਂ ਗੱਲਾਂ ਸੁਣਨ ਤੋਂ ਜਾਂ ਉਹਦੀਆਂ ਆਪਣੀਆਂ ਹਰਕਤਾਂ ਤੋਂ ਹੀ ਲੱਗਦਾ ਵੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਪਰ ਵੱਡੀ ਗੱਲ ਹੈ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਬੰਦੇ ਗੁਰਦੁਆਰੇ 'ਚ ਹੀ ਕਿਉਂ ਆਉਂਦੇ ਨੇ, ਹਨਾ? ਹੁਣ ਮਤਲਬ ਕਿ ਉਹ ਕਿਸੇ ਮਤਲਬ ਕਿ ਕਿਸੇ ਬੱਸ ਵਾਲੇ ਨਾਲ ਕਾਹਤੋਂ ਨਹੀਂ ਟੱਕਰਦੇ, ਕਿਸੇ ਦੁਕਾਨਦਾਰ ਨਾਲ ਕਾਹਤੋਂ ਨਹੀਂ ਉਹਨਾਂ ਦਾ ਹੁੰਦਾ, ਕਿਸੇ ਪੁਲਿਸ ਆਫੀਸਰ ਨਾਲ ਕਾਹਤੋਂ ਨਹੀਂ ਉਹ ਟੱਕਰਦੇ, ਜਾਂ ਹੋਰ ਇੰਨੇ ਸਮਾਜ ਵਿੱਚ ਇੰਨੀਆਂ ਥਾਵਾਂ ਨੇ, ਹਨਾ? ਕਿਸੇ ਸਿਨੇਮਾ ਹਾਲ ਵਿੱਚ ਜਾ ਕੇ ਕਾਹਤੋਂ ਨਹੀਂ ਖੁਰਦੂ ਖੌਰੂ ਪਾਉਂਦੇ, ਕਿਸੇ ਜਿੱਦਾਂ ਸਟੋਰ ਵਿੱਚ ਜਾ ਕੇ ਕਾਹਤੋਂ ਨਹੀਂ ਖੌਰੂ ਪਾਉਂਦੇ। ਉਹਨਾਂ ਨੂੰ ਗੁਰਦੁਆਰਾ ਹੀ ਕਿਉਂ ਲੱਭਦਾ ਹੈ? ਆਪਣੀ ਜਿਹੜੀ ਮਾਨਸਿਕ ਡਿਸੇਬਿਲਿਟੀ ਹੈ ਉਹਨੂੰ ਸ਼ੋਅ ਕਰਨ ਲਈ ਉਹ ਗੁਰੂ ਘਰ ਹੀ ਕਿਉਂ ਆਉਂਦੇ ਆ? ਠੀਕ ਹੈ, ਅਸੀਂ ਉਹ ਸਮਝਦੇ ਆ ਉਹ ਬੱਚਾ ਜਿੱਦਾਂ ਜੈਨੂਅਨ ਆ, ਦਿਮਾਗੀ ਤੌਰ ਤੇ ਪਰਿਵਾਰ ਦੱਸ ਰਿਹਾ ਵੀ ਪਿਛਲੇ 5-6 ਸਾਲਾਂ ਤੋਂ ਉਹਦਾ ਇਲਾਜ ਚੱਲ ਰਿਹਾ ਹੈ, ਬਕਾਇਦਾ ਉਹਨਾਂ ਨੇ ਡਾਕਟਰਸ ਦਾ ਵੀ ਰੈਫਰੈਂਸ ਦਿੱਤਾ ਹੈ। ਪਰ ਸਾਡਾ ਇਹ ਹੈਗਾ ਵੀ ਇਹੋ ਜਿਹੇ ਲੋਕ ਗੁਰੂ ਘਰ ਵਿੱਚ ਹੀ ਕਿਉਂ ਦਾਖਲ ਹੁੰਦੇ ਆ? ਹੋਰ ਹਜ਼ਾਰਾਂ ਥਾਵਾਂ ਨੇ ਉੱਥੇ ਕਿਉਂ ਨਹੀਂ ਹੁੰਦੇ ਵੀ? ਮਤਲਬ ਇਹ ਸਵਾਲ, ਇਹਦੀ ਤੇ ਜਿਹੜੀ ਪੜਤਾਲ ਜਿਹੜੀ ਬਣਦੀ ਹੈਗੀ ਆ। ਇਸ ਤੋਂ ਇਲਾਵਾ ਅੱਜ ਵੀ ਗੁਰਦੁਆਰਾ ਹੱਟ ਸਾਹਿਬ ਦੇ ਵਿੱਚ ਵੀ ਇੱਕ ਵਿਅਕਤੀ ਜਿਹੜਾ ਹੈ ਮੂੰਹ ਬੰਨ ਕੇ ਆਉਂਦਾ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਜਾਂਦਿਆਂ ਉੱਥੇ ਥਾਪੀਆਂ ਮਾਰਦਾ ਹੈਗਾ, ਕਿਤੇ ਨਾ ਕਿਤੇ ਧੱਕਾ ਮੁੱਕੀ ਵੀ ਹੁੰਦੀ ਹੈਗੀ ਹੈ। ਕਿਵੇਂ ਦੇਖਦੇ ਹੋ? ਮਤਲਬ ਇੱਕ ਹੋਰ ਘਟਨਾ ਤੀਸਰੇ ਦਿਨ 'ਚ ਤੀਸਰੀ ਚੌਥੀ ਘਟਨਾ ਹੋ ਜਾਂਦੀ। ਹਾਂਜੀ, ਸੋ ਇਹ ਸਾਰਾ ਹੈਗਾ ਮੈਨੀਪੂਲੇਟਡ ਹੈ, ਸਪਾਂਸਰਡ ਹੈ। ਕੁਝ ਧਿਰਾਂ ਨੇ ਜਿਹੜੀਆਂ ਪੰਜਾਬ ਦਾ ਮਾਹੌਲ ਆ ਖਰਾਬ ਕਰਨਾ ਚਾਹੁੰਦੀਆਂ, ਔਰ ਖਾਸ ਕਰਕੇ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦਰਮਿਆਨ ਜਿਹੜਾ ਪਾੜਾ ਪਾਉਣਾ ਚਾਹੁੰਦੀਆਂ। ਇੱਥੇ ਗੱਲ ਦੱਸਦੀ ਵੀ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਇਸ ਤਰ੍ਹਾਂ ਵਿਰੂਲੈਂਟ ਜਾਂ ਖਤਰਨਾਕ ਨਹੀਂ ਹੈ, ਉਹ ਸਿੱਖ ਵਿਰੋਧੀ ਮਾਨਸਿਕਤਾ ਨਹੀਂ ਰੱਖਦਾ। ਕੁਝ ਥੋੜੇ ਬਹੁਤੇ 10-15-20 ਹੋਣਗੇ ਜਿਨ੍ਹਾਂ ਨੂੰ ਵੀ ਸਹਾਇਤਾ ਪ੍ਰਾਪਤ ਹੈ ਸਰਕਾਰ ਦੀ, ਨਾ? ਵੈਸੇ ਪੰਜਾਬ ਦੇ ਹਿੰਦੂ ਦਾ ਪੰਜਾਬ ਦੇ ਸਿੱਖਾਂ ਨਾਲ ਇੱਕ ਚੰਗਾ ਰਿਸ਼ਤਾ ਹੈ, ਪਰ ਲਗਾਤਾਰ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ। ਜਿਸ ਤਰ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਦੀ ਪੋਲਰਾਈਜੇਸ਼ਨ ਪੰਜਾਬ ਤੋਂ ਬਾਹਰ ਕਰ ਦਿੱਤੀ ਗਈ ਹੈ, ਸੋ ਉਹ ਸੱਤਾਧਾਰੀ ਧਿਰਾਂ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਪੋਲਰਾਈਜੇਸ਼ਨ ਜਾਂ ਉਹਨਾਂ ਵਿੱਚ ਇੰਨੀ ਨਫ਼ਰਤ ਫੈਲਾ ਦੇਣਾ ਚਾਹੁੰਦੀਆਂ ਵੀ ਇਹ ਇੱਕ ਦੂਜੇ ਦੇ ਜਿੱਦਾਂ ਜਾਨ ਦੇ ਵੈਰੀ ਬਣ ਜਾਣ। ਉਹ ਨਹੀਂ ਹੋ ਰਿਹਾ, ਲਗਾਤਾਰ ਨਹੀਂ ਹੋ ਰਿਹਾ, ਕਿਉਂਕਿ ਪੰਜਾਬ ਦਾ ਹਿੰਦੂ ਵੀ ਜੇ ਇੱਥੇ ਰਹਿ ਰਿਹਾ ਉਹਦੀ ਗੁਰਦੁਆਰਿਆਂ ਨਾਲ ਇੱਕ ਤਰ੍ਹਾਂ ਨਾਲ ਸਾਂਝ ਹੈ, ਗੁਰੂ ਘਰ ਨਾਲ ਸਾਂਝ ਹੈ, ਉਹ ਈਵਨ ਨਗਰ ਕੀਰਤਨਾਂ ਵਿੱਚ ਵੀ ਸ਼ਾਮਲ ਹੁੰਦਾ ਹੈ। ਕੁਛ ਇਸ ਧਰਤੀ ਨੂੰ ਬਖਸ਼ਿਸ਼ ਵੀ ਹੈ ਗੁਰੂਆਂ ਦੀ। ਇੱਥੇ ਉਹ ਨਫ਼ਰਤ ਦੇ ਬੀਜ ਬੀਜੇ ਹੀ ਨਹੀਂ ਜਾ ਸਕਦੇ ਜਿਹੜੀਆਂ ਕਿ ਸਰਕਾਰਾਂ ਪਿਛਲੇ 70 ਸਾਲ ਤੋਂ ਬੀਜਣ ਦਾ ਯਤਨ ਕਰ ਰਹੀਆਂ। ਸੋ ਆਜ਼ਾਦੀ ਤੋਂ ਬਾਅਦ 1947 ਦੀ ਸੱਤਾ ਤਬਦੀਲੀ ਤੋਂ ਬਾਅਦ ਲਗਾਤਾਰ ਯਤਨ ਹੋ ਰਿਹਾ ਵੀ ਪੰਜਾਬ ਦੇ ਹਿੰਦੂਆਂ ਤੇ ਪੰਜਾਬ ਦੇ ਸਿੱਖਾਂ ਦਰਮਿਆਨ ਫਰਕ ਪਾਇਆ ਜਾਵੇ। ਸੋ ਉਹ ਇਹਨਾਂ 70 ਸਾਲਾਂ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਵੀ 2 ਜਾਂ 3% ਕਾਮਯਾਬੀ ਹਾਸਲ ਹੋਈ ਹੈ ਉਹਨਾਂ ਨੂੰ। ਉਹ ਵੀ ਜਿਹੜੇ ਪੋਲੀਟੀਕਲੀ ਮੋਟੀਵੇਟਡ ਲੋਕ ਨੇ ਉਹ ਕਰਦੇ ਨੇ, ਹਨਾ? ਵੀ ਜਿਨ੍ਹਾਂ ਨੇ ਸਿਕਿਉਰਿਟੀਆਂ ਲੈਣੀਆਂ ਜਾਂ ਜਿਨ੍ਹਾਂ ਨੇ ਸਿਕਿਉਰਿਟੀਆਂ ਲੈ ਕੇ ਆਪਣੀ ਬਦਮਾਸ਼ੀ ਦੇ ਬਿਜ਼ਨਸ ਚਲਾਉਣੇ ਨੇ, ਉਹ ਕੁਛ ਹੈ। ਬਾਕੀ ਸਾਰਾ ਜਿਹੜਾ ਪੰਜਾਬ ਦਾ ਇੱਕ ਸਹਿਜ ਭਾਵ ਨਾਲ ਰਹਿਣ ਵਾਲਾ ਹਿੰਦੂ ਵਰਗ ਹੈ, ਉਹਦੇ ਮਨ ਵਿੱਚ ਨਾ ਸਿੱਖਾਂ ਦੇ ਖਿਲਾਫ ਕੋਈ ਗੱਲ ਹੈ। ਸਿੱਖਾਂ ਹੁਣ ਜਦੋਂ ਸਿੱਖ ਕਿਸਾਨੀ ਹੈ ਜਿਹੜੀ, ਉਹਦੇ ਜਿਹੜੇ ਦੁਕਾਨਦਾਰ ਨੇ ਉਹ ਸਾਰਾ ਹਿੰਦੂ ਕਮਿਊਨਿਟੀ ਹੈਗੀ ਆ। ਸੋ ਦੋਹਾਂ ਦਾ ਇੱਕ ਰਿਸ਼ਤਾ ਹੈਗਾ, ਫੈਮਿਲੀ ਰਿਸ਼ਤਾ ਹੈ, ਇੱਕ ਪਰਿਵਾਰਕ ਰਿਸ਼ਤਾ ਹੈ। ਉਹਨਾਂ ਨੇ ਜਿਹੜੀ ਆਪਣੇ ਕਣਕ ਵਗੈਰਾ ਜਾਂ ਜਿਹੜੀ ਫਸਲ ਲੈਣੀ ਹੈ ਉਹ ਸਿੱਖ ਕਿਸਾਨੀ ਤੋਂ ਲੈਣੀ ਹੈ। ਸਿੱਖ ਕਿਸਾਨੀ ਨੇ ਸਾਰਾ ਜਿਹੜਾ ਆਪਣਾ ਸੌਦਾ ਹੈ ਉਹ ਹਿੰਦੂ ਜਿਹੜੇ ਦੁਕਾਨਦਾਰ ਉਹਨਾਂ ਤੋਂ ਲੈਣਾ। ਸੋ ਇਹ ਇੱਕ ਰਿਸ਼ਤਾ ਕ੍ਰੀਏਟ ਹੋਇਆ, ਇਹਨੂੰ ਤੋੜਨ ਦੇ ਯਤਨ ਹੋ ਰਹੇ ਨੇ। ਸੋ ਇਹ ਕਾਰਨ ਇਹ ਵਾਰ-ਵਾਰ ਉਹ ਧਿਰਾਂ ਆ ਰਹੀਆਂ ਨੇ, ਵਾਰ-ਵਾਰ ਸਰਕਾਰਾਂ ਵੱਲੋਂ, ਸੱਤਾਧਾਰੀਆਂ ਵੱਲੋਂ ਤੇ ਜਿਹੜੀਆਂ ਮੈਨੂਪੂਲੇਟਡ ਲੋਕ ਨੇ ਅਫਸਰਸ਼ਾਹੀ ਵੱਲੋਂ, ਉਹਨਾਂ ਵੱਲੋਂ ਸਾਨੂੰ ਲੱਗਦਾ ਵੀ ਇਹ ਵਾਰ-ਵਾਰ ਯਤਨ ਹੋ ਰਹੇ ਨੇ ਵੀ ਪੰਜਾਬ ਦੇ ਹਿੰਦੂ ਸਿੱਖ ਨੂੰ ਲੜਾਇਆ ਜਾਵੇ, ਉਹ ਦਰਾੜ ਪੈਦਾ ਕਰਕੇ ਉਹ ਆਪਣੀਆਂ ਰੋਟੀਆਂ ਸੇਕ ਸਕਣ। ਜੀ ਬਿਲਕੁਲ ਜੀ। ਔਰ ਕਿਤੇ ਨਾ ਕਿਤੇ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ, ਕੀ ਦੇਖ ਸੋਚਦੇ ਹੋ ਵੀ ਇਹ ਕਿਸੇ ਕੜੀ ਦਾ ਹਿੱਸਾ ਹੋ ਸਕਦੀਆਂ ਨੇ? ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨੂੰ ਬਾਅਦ ਚੋਂ ਪੋਰਟਰੇ ਕੀਤਾ ਜਾਂਦਾ ਹੈ ਜਾਂ ਮੀਡੀਆ ਦੇ ਵਿੱਚ ਜਿਹੜਾ ਹੈਗਾ ਉਸ ਗੱਲ ਨੂੰ ਜਿਹੜਾ ਬਾਅਦ ਚੋਂ ਪ੍ਰਚਾਰਿਆ ਜਾਂਦਾ ਹੈ, ਕੀ ਇਹ ਕਿਸੇ ਕੜੀ ਦਾ ਹਿੱਸਾ ਨੇ? ਕਿਉਂਕਿ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਵੀ ਰੋਜ਼ ਹੀ ਕੋਈ ਨਾ ਕੋਈ ਘਟਨਾ ਆਪਣੇ ਆਪ ਦੇ ਵਿੱਚ ਹੀ ਆਪ ਮੁਹਾਰੀ ਹੋ ਜਾਵੇ। ਨਹੀਂ, ਆਪ ਮੁਹਾਰੇ ਨਹੀਂ ਹੁੰਦੀ, ਬਕਾਇਦਾ ਤੁਹਾਡੀ ਗੱਲ ਬਿਲਕੁਲ ਠੀਕ ਆ। ਕੜੀ ਦਾ ਹਿੱਸਾ ਜਿਸ ਤਰ੍ਹਾਂ ਉਹਨੂੰ ਮੀਡੀਆ ਵਿੱਚ ਫਿਰ ਵਾਇਰਲ ਕੀਤਾ ਜਾਂਦਾ, ਇਹ ਸਾਰਾ ਆਰਗੇਨਾਈਜ਼ਡ। ਜਿੱਦਾਂ ਹੁਣ ਕਤਲ ਵਾਲੇ ਦੇ ਵਿੱਚ ਖਬਰਾਂ ਇਹ ਲਾਈਆਂ ਗਈਆਂ ਕਿ ਗੁਰਦੁਆਰੇ 'ਚ ਕਤਲ ਹੋਇਆ, ਇਹ ਨਹੀਂ ਖਬਰ ਲੱਗੀ ਵੀ ਪਹਿਲਾਂ ਉਸ ਟਾਈਪ ਦਾ ਜਾਂ ਵੀ ਬੇਅਦਬੀ ਕਰਨ ਦੀ ਜਿਹੜੀ ਹੋਈ ਹੈਗੀ ਆ ਉਹਦੇ ਬਾਰੇ ਕੋਈ ਗੱਲ ਨਹੀਂ। ਬਿਲਕੁਲ, ਉਹ ਸਾਰਾ ਆਰਗੇਨਾਈਜ਼ਡ ਨਾ, ਪੂਰਾ ਸਿਸਟਮ। ਕਿਹੜੇ ਬੰਦੇ ਤੋਂ ਬੇਅਦਬੀ ਕਰਾਉਣੀ ਆ, ਉਹਨੂੰ ਕਿੰਨੇ ਪੈਸੇ ਦੇਣੇ ਆ, ਉਹਦਾ ਮਾਈਂਡ ਵਾਸ਼ ਕਿੱਦਾਂ ਕਰਨਾ, ਹੈ ਨਾ? ਜਾਂ ਉਹਨੂੰ ਡਰੱਗ ਵਗੈਰਾ ਦੇਣੀ ਆ ਜਾਂ ਕੁਝ ਵੀ ਦਿੱਤਾ ਜਾਂਦਾ ਹੋਊਗਾ ਨਾ, ਉੱਥੋਂ ਲੈ ਕੇ ਬੇਅਦਬੀ ਹੋਣ ਤੱਕ, ਬੇਅਦਬੀ ਹੋਣ ਵੇਲੇ ਦੀਆਂ ਘਟਨਾਵਾਂ ਨੂੰ ਉਹ ਸਾਰਾ ਜਿਸ ਤਰ੍ਹਾਂ ਆਰਗੇਨਾਈਜ਼ ਕਰਦੇ ਨੇ ਵੀ ਉੱਥੇ ਕੀ ਸਿਨੈਰੀਓ ਕ੍ਰੀਏਟ ਕਰਨਾ ਹੈ, ਬੰਦਾ ਮਾਰਨਾ ਜਾਂ ਫੜਨਾ ਜਾਂ ਨਹੀਂ ਫੜਨਾ। ਉਹ ਤੋਂ ਬਾਅਦ ਉਹਦੀਆਂ ਜਿਹੜੀਆਂ ਵੀਡੀਓਜ਼ ਬਣਾ ਕੇ ਜਿਹੜਾ ਸਟੇਟ ਟੈਲੀਵਿਜ਼ਨ ਹੈਗੇ ਆ, ਜਿਹੜੇ ਸਰਕਾਰ ਨਾਲ ਮਿਲੇ ਹੋਏ ਚੈਨਲ ਆ, ਉਹਨਾਂ ਨੂੰ ਦੇਣੀ, ਤੇ ਉੱਥੋਂ ਫਿਰ ਉਹਨਾਂ ਨੂੰ ਸਕ੍ਰਿਪਟ ਵੀ ਲਿਖੀ ਜਾਂਦੀ ਆ ਵੀ
ਖਬਰ ਨੂੰ ਚਲਾਉਣਾ ਇਸ ਚਲਾਉਣਾ ਕਿਸ ਤਰੀਕੇ ਨਾਲ, ਹਨਾ ਵੀ ਉਹਦਾ ਪ੍ਰਚਾਰ ਕਿੱਦਾਂ ਕਰਨਾ, ਉਹਨੂੰ ਚਲਾਉਣਾ ਕਿਸ ਤਰ੍ਹਾਂ ਹੈਗਾ ਹਨਾ। ਸੋ ਇਹ ਸਾਰਾ ਕੁਝ ਹੈ ਮੈਨੀਪੂਲੇਟਡ। ਇਹਦੇ ਨਾਲ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਸਿੱਖਾਂ ਨੂੰ ਆਈਸੋਲੇਟ ਕਰ ਦਿੱਤਾ ਜਾਵੇਗਾ, ਕਿਉਂਕਿ ਜਿੱਦਾਂ ਆਪਾਂ ਦੇਖਿਆ ਦਰਬਾਰ ਸਾਹਿਬ 'ਚ ਵੀ ਜਿਹੜੀ ਘਟਨਾ ਵਾਪਰੀ ਸੀ ਉਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਖਿਲਾਫ ਮਾਹੌਲ ਵੀ ਉੱਥੇ ਤੁਸੀਂ ਸੋਸ਼ਲ ਮੀਡੀਆ ਦੇ ਲੋਕੀ ਪੋਸਟਾਂ ਪਾਉਣੀਆਂ ਸ਼ੁਰੂ ਹੋ ਗਏ ਜੀ ਉੱਥੇ ਜਾਣਾ ਛੱਡ ਦਿਓ ਜਾਂ ਕਿਸ ਤਰ੍ਹਾਂ, ਇਸ ਤਰ੍ਹਾਂ ਦਾ ਵੀ ਆਪਾਂ ਦੇਖਿਆ। ਫਿਰ ਇਹ ਸਿੱਖਾਂ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈ ਕਿਤੇ? ਦੇਖੋ ਆਈਸੋਲੇਟ ਕਰਨ ਦੀ ਕੋਸ਼ਿਸ਼ ਤਾਂ ਹੈ, ਪਰ ਜਿਹੜੀਆਂ ਧਿਰਾਂ ਕਰ ਰਹੀਆਂ ਉਹਨੂੰ ਸਮਝਣਾ ਚਾਹੀਦਾ ਵੀ ਜੇ ਸਿੱਖ ਇਸ ਤਰ੍ਹਾਂ ਆਈਸੋਲੇਟ ਹੋ ਗਏ ਤੇ ਉਹ ਤੋਂ ਅਗਲਾ ਸਟੈਪ ਸਿੱਖਾਂ ਦਾ ਫਿਰ ਕੀ ਹੋਊਗਾ? ਉਹ ਤਾਂ ਫਿਰ ਬਿਲਕੁਲ ਹੀ ਸੈਪਰੇਸ਼ਨ ਵੱਲ ਜਾਂਦਾ ਨਾ। ਜਿਹੜੀ ਸਿਆਣੀ ਸਰਕਾਰ ਆ ਜਾਂ ਸਿਆਣੇ ਨੀਤੀਵਾਨ ਆ ਜਾਂ ਜਿਹੜੇ ਸਿਆਣੇ ਆਫੀਸਰ ਆ ਉਹਨਾਂ ਨੂੰ ਤਾਂ ਚਾਹੀਦਾ ਸੀ ਵੀ ਇਹ ਸਾਂਝ ਆ ਬਣੀ ਰਹੇ, ਇਹ ਸਾਂਝ ਤੋੜੋ ਨਾ। ਹੁਣ ਤੁਸੀਂ ਦੇਖੋ ਵੀ ਉੱਥੇ ਦਰਬਾਰ ਸਾਹਿਬ ਵਿੱਚ ਹਿੰਦੂ ਕਿੰਨੀ ਵੱਡੀ ਗਿਣਤੀ ਵਿੱਚ ਜਾਂਦੇ ਆ, ਕੱਲ ਨੂੰ ਉਹ ਜਾਣੋਂ ਹਟ ਗਏ ਹਨਾ, ਸਿੱਖਾਂ ਦਾ ਇੱਕ ਕੇਂਦਰ ਹੈਗਾ, ਬਿਲਕੁਲ ਸਿੱਖਾਂ ਦਾ ਐਕਸਕਲੂਸਿਵ ਕੇਂਦਰ ਹੋ ਜਾਊਗਾ ਜਿੱਦਾਂ ਮੱਕਾ ਮਦੀਨਾ, ਉੱਥੇ ਮੁਸਲਿਮ ਹੀ ਜਾ ਸਕਦੇ ਹਨਾ। ਉਹ ਸਿੱਖਾਂ ਵਿੱਚ ਇੱਕ ਜਿਹੜੀ ਕੌਮੀ ਭਾਵਨਾ ਜਾਂ ਜਜ਼ਬਾ ਕ੍ਰੀਏਟ ਹੋਣਾ, ਉਹਨੇ ਫਿਰ ਸੈਪਰੇਸ਼ਨ ਵੱਲ ਨੂੰ ਜਾਣਾ। ਸੋ ਇਸ ਸੈਪਰੇਸ਼ਨ ਨੂੰ ਰੋਕਣ ਲਈ ਸਿਆਣੀਆਂ ਸਰਕਾਰਾਂ ਨੂੰ ਚਾਹੀਦਾ ਵੀ ਉਹ ਸਾਨੂੰ ਲੱਗਦਾ ਵੀ ਉਹ ਆਪਣੇ ਰਾਹਾਂ ਵਿੱਚ ਆਪ ਹੀ ਅੱਗ ਬਾਲ ਰਹੇ ਨੇ। ਸੋ ਉਹਨਾਂ ਨੂੰ ਲੱਗਦਾ ਵੀ ਅਸੀਂ ਸਿੱਖਾਂ ਨੂੰ ਜਲੀਲ ਕਰਕੇ ਜਾਂ ਸਿੱਖਾਂ ਹਿੰਦੂ ਦਰਮਿਆਨ ਪਾੜਾ ਪਾ ਕੇ ਜਾਂ ਉਹ ਵੱਡੇ ਟੈਲੀਵਿਜ਼ਨ ਚੈਨਲਾਂ ਤੋਂ ਇਹ ਪ੍ਰਚਾਰ ਕਰਾ ਕੇ ਵੀ ਦਰਬਾਰ ਸਾਹਿਬ ਜਾਂ ਵੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਰਿਹਾ ਜਾਂ ਦਰਬਾਰ ਸਾਹਿਬ ਵਿੱਚ ਹਿੰਦੂਆਂ ਨੂੰ ਜਾਣ ਤੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਸਿੱਖਾਂ ਤੋਂ ਬਿਨਾਂ। ਸੋ ਇਹ ਜਿਹੜੀ ਅੱਗ ਬਾਲ ਰਹੇ ਆ ਇਹ ਅੱਗ ਉਹਨਾਂ ਦੇ ਦਰਾਂ ਤੇ ਹੀ ਬਲਣੀ ਆ ਹਨਾ। ਸੋ ਅਸੀਂ ਵਾਰ-ਵਾਰ ਕਹਿੰਦੇ ਵੀ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਕੋਈ ਮਸਲਾ ਨਹੀਂ ਹੈ, ਉਹ ਬੜੇ ਕੋਆਰਡਲੀ ਰਹਿ ਰਹੇ ਆ, ਉਹਨਾਂ ਦੇ ਰਿਸ਼ਤੇ ਨਾਤੇ ਨੇ, ਇੱਕ ਦੂਜੇ ਦੇ ਸਮਾਗਮਾਂ ਵਿੱਚ ਜਾਂਦੇ ਨੇ। ਪਰ ਜਿਹੜਾ ਹਿੰਦੁਸਤਾਨੀ ਮੀਡੀਆ ਜਦੋਂ ਇਹ ਦਖਲਅੰਦਾਜ਼ੀ ਕਰਦਾ ਉਹ ਉਸੇ ਤਰ੍ਹਾਂ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਜਿੱਦਾਂ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਉਹ ਕਰ ਚੁੱਕਿਆ। ਉਹਦੇ ਚੋਂ ਜਲੀਲ ਕਰੋ, ਬੰਦਿਆਂ ਨੂੰ ਅਦਾਲਤ ਵਿੱਚ ਆਉਂਦਿਆਂ ਨੂੰ ਗੋਲੀਆਂ ਮਰਵਾਈਆਂ ਜਾਣ ਹਨਾ, ਉਹਨਾਂ ਦੇ ਘਰ ਢਾਏ ਜਾਣ, ਉਹ ਬਲਡੋਜ਼ਰ ਕਲਚਰ ਜਿਹੜਾ ਆ ਰਿਹਾ ਉਹ ਉਸ ਤਰ੍ਹਾਂ ਦਾ ਕ੍ਰੀਏਟ ਕਰਨਾ ਚਾਹੁੰਦਾ। ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਸਾਨੂੰ ਲੱਗਦਾ ਵੀ ਪੰਜਾਬ ਵਿੱਚ 70 ਸਾਲਾਂ 'ਚ ਵੀ ਉਹ ਦਫੇੜ ਪੈਦਾ ਨਹੀਂ ਹੋਇਆ ਜਿਹੜਾ ਉਹ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਜੀ ਬਿਲਕੁਲ ਜੀ, ਕਿਉਂਕਿ ਜੇ ਆਪਾਂ ਗੁਰੂ ਸਾਹਿਬ ਦੀ ਗੱਲ ਕਰ ਲਈਏ ਜਾਂ ਜੋ ਸਿੱਖਾਂ ਦਾ ਇਤਿਹਾਸ ਕਰ ਲਈਏ, ਚੈੱਕ ਕਰ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ, ਇੱਕ ਲੰਬਾ ਸੰਘਰਸ਼ ਜਿਹੜਾ ਹੈਗਾ ਹੈ ਮੁਸਲਮਾਨਾਂ ਦੇ ਨਾਲ ਜਿਹੜਾ ਹੈਗਾ ਸਿੱਖਾਂ ਦਾ ਰਿਹਾ ਹੈਗਾ। ਪਰ ਫਿਰ ਵੀ ਜਿਹੜੇ ਬਹੁਤ ਸਾਰੇ ਮੁਸਲਮਾਨ ਨੇ ਉਹ ਗੁਰੂ ਸਾਹਿਬ ਦੇ ਸ਼ਰਧਾਲੂ ਵੀ ਹੋਏ ਨੇ ਉਹਨਾਂ ਸਮਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਿੱਖਾਂ ਤੇ ਮੁਸਲਮਾਨਾਂ ਦਾ ਇੱਕ ਕਰੀਬੀ ਰਿਸ਼ਤਾ ਜਿਹੜਾ ਉਹ ਰਿਹਾ ਹੈਗਾ। ਸੇਮ ਜੇ ਆਪਾਂ ਗੱਲਬਾਤ ਹੁਣ ਆਜ਼ਾਦ ਭਾਰਤ ਦੀ ਗੱਲ ਹੀ ਹੈ ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ 84 ਦੇ ਵਿੱਚ ਜੋ ਕੁਝ ਵਾਪਰਿਆ ਉਸਨੇ ਵੀ ਇੱਕ ਵੱਡੀ ਤਰੇੜ ਜਿਹੜੀ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾਉਣੀ ਸੀ, ਪਰ ਉਹ ਤਰੇੜ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੀ। ਪੰਜਾਬ ਦਾ ਜਿਹੜਾ ਸਿੱਖ ਹੈਗਾ ਉਹ ਕਿਤੇ ਵੀ ਨਫ਼ਰਤ ਨਹੀਂ ਕਰਦਾ, ਚਾਹੇ ਆਪਾਂ ਸਿੱਖ ਸੰਘਰਸ਼ ਦੀ ਗੱਲ ਕਰ ਲਈਏ ਉਦੋਂ ਵੀ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਕੋਈ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਉਹ ਵੀ ਹੋ ਸਕਦਾ ਸਟੇਟ ਸਪਾਂਸਰਡ ਹੋਣ, ਉਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਇਹ ਗੁਰੂਆਂ ਦੀ ਜਿਹੜੀ ਬਖਸ਼ਿਸ਼ ਹੈ ਜਿਹਨੂੰ ਸਰਕਾਰਾਂ ਕਹਿ ਲਈਏ ਜਾਂ ਕਹਿ ਲਈਏ ਕਿ ਸਿੱਖ ਵਿਰੋਧੀ ਜਿਹੜੇ ਨੇ ਇਸ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਸਮੇਂ-ਸਮੇਂ ਤੇ ਕਰਦੇ ਰਹਿੰਦੇ ਨੇ। ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਰਾਘਵ ਚੱਡਾ ਦੀ। ਉਹਨਾਂ ਦੀ ਮੰਗਣੀ ਦੇ ਸਮੇਂ ਜਿਹੜਾ ਹੈਗਾ ਹੈ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਪਿਛਲੇ ਦਿਨੀ ਹਾਜ਼ਰੀ ਭਰੀ ਜੋ ਕਿ ਵਿਵਾਦਾਂ ਦਾ ਇੱਕ ਵਿਸ਼ਾ ਬਣ ਗਈ। ਤੁਸੀਂ ਕਿਵੇਂ ਦੇਖਦੇ ਹੋ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਭਰਨੀ ਚਾਹੀਦੀ ਸੀ ਹਾਜ਼ਰੀ ਜਾਂ ਨਹੀਂ? ਨਹੀਂ ਜੀ ਨਹੀਂ, ਮੈਂ ਨਿੱਜੀ ਤੌਰ ਤੇ ਵੀ ਨਹੀਂ ਸਮਝਦਾ, ਮੈਂ ਕੌਮੀ ਤੌਰ ਤੇ ਵੀ ਸਿੱਖ ਕੌਮ ਦਾ ਹਿੱਸਾ ਹੋਣ ਦੇ ਨਾਤੇ ਵੀ ਮੈਂ ਸਮਝਦਾ ਵੀ ਜਥੇਦਾਰ ਸਾਹਿਬ ਨੇ ਬਹੁਤ ਵੱਡੀ ਜਥੇਦਾਰ ਦੀ ਪ੍ਰੋਟੋਕਾਲ ਦੇ ਹਿਸਾਬ ਨਾਲ ਇਹਨੂੰ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਜਥੇਦਾਰ ਜਾਂਦੇ ਨੇ ਇਸ ਤਰੀਕੇ ਦੇ ਨਾਲ? ਦੇਖੋ ਜਥੇਦਾਰਾਂ ਦੇ ਚਾਹੇ ਕੋਈ ਨਿੱਜੀ ਵੀ ਹੋਣ ਹਨਾ, ਸੋ ਵੀ ਉਹਨਾਂ ਦੇ ਨਿੱਜੀ ਰਿਸ਼ਤੇ ਹੋਣ, ਮੈਨੂੰ ਨਹੀਂ ਪਤਾ ਵੀ ਹੁਣ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਨਾਲ ਜਥੇਦਾਰ ਦਾ ਕੀ ਰਿਸ਼ਤਾ ਹਨਾ, ਇੱਕ ਸਮਝ ਨਹੀਂ ਆਉਂਦੀ ਗੱਲ ਹਨਾ। ਇੱਕ ਪੰਜਾਬ ਦੇ ਪਿੰਡ 'ਚ ਜੰਮਿਆ ਪਲਿਆ ਵਿਅਕਤੀ ਉਹਦੇ ਸਿੱਖਾਂ ਦੇ ਘਰਾਂ ਵਿੱਚ ਤਾਂ ਰਿਸ਼ਤਿਆਂ ਦੀ ਗੱਲ ਸਮਝ ਆਉਂਦੀ ਆ ਹਨਾ, ਵੀ ਇੱਕ ਬਕਾਇਦਾ ਗੈਰ ਸਿੱਖ ਦੇ ਘਰ ਉਹਦਾ ਰਿਸ਼ਤਾ ਉਹਦਾ ਜਾਣਾ ਹਨਾ, ਮਤਲਬ ਕਿ ਉਹਦੇ ਹੁਣ ਕੀ ਰਿਲੇਸ਼ਨ ਆ। ਤਾਂ ਜਥੇਦਾਰ ਸਾਹਿਬ ਹੁਣ ਇੱਕ ਨਿੱਜ ਨਹੀਂ ਹੈ, ਜਥੇਦਾਰ ਸਾਹਿਬ ਇੱਕ ਕੌਮ ਦੇ ਸਭ ਤੋਂ ਸਪਿਰਿਚੁਅਲ ਵੱਡੇ ਲੀਡਰ ਨੇ, ਉਹ ਕੌਮ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁਣ ਨਿੱਜੀ ਨਹੀਂ ਰਹਿ ਗਈਆਂ, ਉਹਨਾਂ ਦੀਆਂ ਜ਼ਿੰਮੇਵਾਰੀਆਂ ਕੌਮੀ ਨੇ। ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹਨਾਂ ਨੇ ਆਪਣੇ ਕੌਮ ਦੇ ਹਿੱਤਾਂ ਦੇ ਸੰਦਰਭ ਵਿੱਚ ਦੇਖਣਾ, ਠੀਕ ਹੈ। ਉਹ ਬਹੁਤ ਸਾਰੀਆਂ ਥਾਵਾਂ ਤੇ ਈਵਨ ਆਪਾਂ ਵੀ ਨਿੱਜੀ ਤੌਰ ਤੇ ਵੀ ਦੇਖਦੇ ਹਾਂ ਕਈ ਵਾਰੀ ਆਪਾਂ ਨੂੰ ਪਰਿਵਾਰਕ ਰਿਸ਼ਤਿਆਂ ਨਾਤਿਆਂ ਵਿੱਚ ਆਪਣੇ ਕੌਮੀ ਹਿੱਤਾਂ ਨੂੰ ਸਾਹਮਣੇ ਰੱਖ ਕੇ ਅਸੀਂ ਵੀ ਕਈ ਵਾਰ ਨਹੀਂ ਜਾਂਦੇ, ਕਈ ਥਾਵਾਂ ਤੇ ਆਪਾਂ ਰੋਕ ਲੈਂਦੇ ਹਾਂ ਵੀ ਸਾਡਾ ਨਹੀਂ ਜਾਣਾ ਬਣਦਾ। ਸੋ ਜਥੇਦਾਰ ਤੇ ਤਾਂ ਇਹ ਪਾਬੰਦੀਆਂ ਤੇ ਇਹ ਡਿਸਪਲਿਨ ਬਹੁਤ ਵੱਡਾ ਹੈ। ਨਾਲੇ ਉਸ ਮੌਕੇ ਤੇ ਜਦੋਂ ਸਿੱਖਾਂ ਦੀਆਂ ਇੱਕ ਮੰਗਾਂ ਨੇ
ਹਨਾ, ਸਿੱਖਾਂ ਦੇ ਇੱਕ ਜਜ਼ਬਾਤ ਨੇ, ਸਿੱਖਾਂ ਦੀ ਇੱਕ ਸਟੇਟ ਨਾਲ ਇਸ ਕਿਸਮ ਦਾ ਇੱਕ ਸੰਘਰਸ਼ ਚੱਲ ਰਿਹਾ ਹੈ। ਉਹਦੇ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ, ਧਾਰਾ 25 ਦਾ ਮਸਲਾ ਤੇ ਹੋਰ ਜਿਹੜੇ ਬਹੁਤ ਸਾਰੇ ਮਸਲੇ। ਔਰ 2 ਮਹੀਨੇ ਪਹਿਲਾਂ ਆਪਾਂ ਕਹਿ ਲਈਏ ਵੀ ਆ ਮਾਰਚ ਦੇ ਵਿੱਚ ਜਿਸ ਤਰੀਕੇ ਦੇ ਨਾਲ ਘਟਨਾਕ੍ਰਮ ਉਸ ਸਰਕਾਰ ਵੱਲੋਂ ਕੀਤਾ ਗਿਆ, ਨੌਜਵਾਨਾਂ ਦੀ ਫੜਾਫੜਾਈ ਕੀਤੀ ਗਈ, NIA ਲਾਇਆ ਗਿਆ, ਉਸ ਤਰੀਕੇ ਦੇ ਨਾਲ ਤਾਂ ਫਿਰ ਮੇਰੇ ਹਿਸਾਬ ਨਾਲ ਬਿਲਕੁਲ ਹੀ ਉੱਥੇ ਕਿਤੇ ਨਾ ਕਿਤੇ ਥੋੜਾ ਬਹੁਤਾ ਤੇ ਚਾਹੀਦੀ ਸੀ ਸੋਚ ਵਿਚਾਰ। ਬਿਲਕੁਲ ਉਹਨਾਂ ਨੂੰ ਜਾਣਾ ਹੀ ਨਹੀਂ ਸੀ ਚਾਹੀਦਾ। ਸੋ ਨਿੱਜੀ ਤੌਰ ਤੇ ਵੀ, ਕੌਮੀ ਤੌਰ ਤੇ ਵੀ, ਜਿਸ ਤਰ੍ਹਾਂ ਨਾਲ 2 ਮਹੀਨੇ ਪਹਿਲਾਂ ਉਹ ਲਗਾਤਾਰ ਈਵਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਬੁਲਾਈ ਆ, ਸਰਕਾਰ ਦੇ ਖਿਲਾਫ ਉਹ ਬੋਲੇ ਆ। ਉਹ ਤੋਂ ਬਾਅਦ ਦੁਬਾਰੇ ਇਕੱਤਰਤਾਵਾਂ ਬੁਲਾਈਆਂ ਨੇ, ਦਮਦਮਾ ਸਾਹਿਬ ਇਕੱਤਰਤਾ ਬੁਲਾਈ ਆ। ਦਮਦਮਾ ਸਾਹਿਬ ਵਾਲੇ ਪੱਤਰਕਾਰਾਂ ਦੀ ਇਕੱਤਰ ਚ ਕਿੰਨੇ ਜਜ਼ਬੇ ਨਾਲ ਉਹ ਬੋਲੇ ਨੇ, ਬੜੀ ਕਲੈਰਿਟੀ ਨਾਲ ਬੋਲੇ ਨੇ। ਸੋ ਇੰਨਾ ਕੁਝ ਬੋਲ ਜਾਣ ਦੇ ਬਾਵਜੂਦ ਉਹਨਾਂ ਦਾ ਇਹਨਾਂ ਨਿੱਜੀ ਵਿਆਹ ਸਮਾਗਮਾਂ 'ਚ ਜਾਣਾ, ਉਹਦੇ ਨਾਲ ਹੀ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਆ ਜਿਹੜੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਦੇ ਹੈੱਡ ਗ੍ਰੰਥੀ, ਉਹਨਾਂ ਦੀਆਂ ਫੋਟੋਆਂ ਵੀ ਨਾਲ ਆਈਆਂ। ਸੋ ਉਹਨਾਂ ਦਾ ਵੀ ਉੱਥੇ ਜਿਹੜਾ ਜਾਣਾ ਨਹੀਂ ਬਣਦਾ। ਤੇ ਇੱਕ ਤੀਜੀ ਗੱਲ ਹੋਰ ਉੱਠ ਰਹੀ ਹੈ ਵੀ ਚਲੋ ਸਿੱਖ ਸਮਾਜ ਵਿੱਚ ਇਹ ਤਾਂ ਗੱਲਾਂ ਆਈਆਂ ਨੇ ਵੀ ਉਹ ਵਿਆਹ ਸਮਾਗਮ ਤੇ ਗਏ, ਆਵਾਜ਼ ਉੱਠੀ ਹੈ। ਕੁਝ ਸਿੱਖ ਹਲਕਿਆਂ ਵਿੱਚ ਇਹ ਉੱਠ ਰਿਹਾ ਵੀ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਰਦਾਸ ਵਿੱਚ ਵੀ ਨਹੀਂ ਸੀ ਜਾਣਾ ਚਾਹੀਦਾ। ਹਨਾ, ਹੁਣ ਉਹਨਾਂ ਸਿੱਖਾਂ ਦਾ ਕਹਿਣਾ ਵੀ ਤੁਸੀਂ ਰਾਘਵ ਚੱਡਾ ਦੇ ਵਿਆਹ ਤੇ ਜਾਣ ਦਿਆਂ ਦਾ ਵਿਰੋਧ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਜਾਣ ਦਾ ਤੁਸੀਂ ਵਿਰੋਧ ਨਹੀਂ ਕਰ ਰਹੇ। ਹਨਾ, ਸੋ ਇਹ ਗੱਲਾਂ ਉਹਨਾਂ ਦੀਆਂ ਵੀ ਠੀਕ ਨੇ। ਹਨਾ, ਸੋ ਪ੍ਰਕਾਸ਼ ਸਿੰਘ ਬਾਦਲ ਨੇ ਕੌਮੀ ਤੌਰ ਤੇ ਸਿੱਖਾਂ ਦਾ ਜੋ ਨੁਕਸਾਨ ਕਰਿਆ, ਉਸ ਸੰਦਰਭ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਉੱਥੇ ਵੀ ਨਹੀਂ ਸੀ ਜਾਣਾ ਚਾਹੀਦਾ। ਔਰ ਉੱਥੇ ਆਪਾਂ ਦੇਖਿਆ ਕਿ ਕਿਵੇਂ ਟਕਸਾਲਾਂ ਦੇ ਮੁਖੀ ਵੀ ਉੱਥੇ ਆਮ ਦੇਖੇ ਗਏ ਔਰ ਸਾਰਿਆਂ ਨੇ ਉਹੀ ਬੋਲੀ ਵੀ ਇਹ ਇੱਕ ਮਹਾਨ ਸ਼ਖਸੀਅਤ ਸੀ। ਹਾਂਜੀ। ਸੋ ਇਹ ਹੈ ਕਿ ਵੀ ਸੋ ਜਥੇਦਾਰ ਸਾਹਿਬ ਦੀਆਂ ਬਹੁਤ ਸਾਰੇ ਡਿਸਿਪਲਿਨਸ ਨੇ, ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਨੇ, ਸਮਾਜਿਕ ਤੌਰ ਤੇ, ਕੌਮੀ ਤੌਰ ਤੇ। ਔਰ ਕੌਮ ਜਦੋਂ ਸੰਘਰਸ਼ ਵਿੱਚ ਹੋਵੇ ਉਦੋਂ ਫਿਰ ਆਪਾਂ ਕਹਿ ਸਕੀਏ ਵੀ ਆਪਣੇ ਵਿਰੋਧੀਆਂ ਔਰ ਦੁਸ਼ਮਣਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨਾਲ ਇਹ ਕਰਨਾ, ਸੋ ਇਹ ਸ਼ੋਭਦਾ ਨਹੀਂ ਹੈ। ਉਹਦੇ ਨਾਲ ਇੱਕ ਗਲਤ ਸੰਦੇਸ਼ ਹੈ ਜਿਹੜਾ ਉਹ ਕੌਮ ਵਿੱਚ ਜਾਂਦਾ। ਹੁਣ ਕੌਮ ਦਾ ਇੱਕ ਜਿਹੜਾ ਵੱਡਾ ਹਿੱਸਾ ਹੈ ਉਹ ਜਥੇਦਾਰ ਸਾਹਿਬ ਬਾਰੇ ਜੋ ਕਮੈਂਟ ਕਰ ਰਿਹਾ ਹੈ ਉਹ ਬਿਲਕੁਲ ਗਲਤ ਹੈ। ਉਹਦੇ ਨਾਲ ਜਥੇਦਾਰ ਸਾਹਿਬ ਦੀ ਪਦਵੀ ਤੇ ਆਉਂਦਾ, ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕੁਝ ਨਹੀਂ ਆਉਂਦਾ। ਸਿੱਖਾਂ ਦੇ ਮਨਾਂ ਵਿੱਚੋਂ ਉਸ ਜਥੇਦਾਰ ਦੀ ਪਦਵੀ ਬਾਰੇ ਜਿਹੜੇ ਸ਼ੰਕੇ ਖੜੇ ਹੋ ਰਹੇ ਆ, ਉਹੀ ਹੀ ਸਿੱਖ ਵਿਰੋਧੀ ਤਾਕਤਾਂ ਚਾਹੁੰਦੀਆਂ ਨੇ ਵੀ ਇਹਨਾਂ ਦੀਆਂ ਸੰਸਥਾਵਾਂ ਦੇ ਖਿਲਾਫ ਸਿੱਖਾਂ ਵਿੱਚੋਂ ਹੀ ਵਿਰੋਧ ਪੈਦਾ ਹੋਵੇ, ਸਿੱਖ ਹੀ ਉਸ ਕਿਸਮ ਦੀ ਵਿਚਾਰਧਾਰਾ ਲੈ ਕੇ ਆਉਣ ਕਿ ਉਹਨਾਂ ਦੇ ਮਨਾਂ ਵਿੱਚ ਗੁਰਬਾਣੀ ਬਾਰੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ, ਆਪਣੇ ਸ਼ਹੀਦਾਂ ਬਾਰੇ, ਆਪਣੇ ਸੰਘਰਸ਼ ਬਾਰੇ, ਆਪਣੇ ਲੀਡਰਾਂ ਬਾਰੇ ਜਾਂ ਆਪਣੇ ਜਿਹੜੇ ਨੈਤਿਕ ਕਾਰ ਵਿਹਾਰ ਨੇ ਉਹਨਾਂ ਬਾਰੇ ਸ਼ੰਕੇ ਖੜੇ ਹੋਣ। ਤੇ ਇਹਨਾਂ ਸ਼ੰਕਿਆਂ ਨੂੰ ਤਾਂ ਉਹ ਲਗਾਤਾਰ ਹਵਾ ਦੇ ਰਹੇ ਨੇ। ਸੋ ਸਾਨੂੰ ਲੱਗਦਾ ਵੀ ਜਥੇਦਾਰ ਸਾਹਿਬ ਨੇ ਗਲਤੀ ਕਰੀ ਹੈ, ਉਹਨਾਂ ਨੂੰ ਇਸ ਤਰ੍ਹਾਂ ਉੱਥੇ ਨਹੀਂ ਸੀ ਜਾਣਾ ਚਾਹੀਦਾ। ਜੀ ਬਿਲਕੁਲ ਜੀ। ਤੇ ਇਸ ਦੇ ਨਾਲ ਜਿਹੜਾ ਹੈਗਾ ਉਸ ਤੋਂ ਅਗਲੇ ਦਿਨ ਹੀ ਭਾਈ ਪੰਜਵੜ ਹੋਣਾ ਦੇ ਜਿਹੜਾ ਘਰੇ ਵੀ ਜਥੇਦਾਰ ਸਾਹਿਬ ਨੇ ਸ਼ਿਰਕਤ ਕੀਤੀ ਹੈਗੀ ਆ। ਸਰਦਾਰ ਅਵਤਾਰ ਸਿੰਘ ਜੀ, ਇੱਥੇ ਗੱਲਬਾਤ ਕਰਨੀ ਤਾਂ ਜ਼ਰੂਰੀ ਹੋ ਜਾਂਦੀ ਕਿਉਂਕਿ ਇਹ ਦੋਨੋਂ ਘਟਨਾਵਾਂ ਜਿਹੜੀਆਂ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਕੀਤੀਆਂ ਲੱਗਦੀਆਂ ਨੇ, ਕਿਉਂਕਿ ਵਿਰਸਾ ਸਿੰਘ ਵਲਟੋਆ ਹੋਣਾ ਦਾ ਬਿਆਨ ਆਉਣਾ ਜਾਂ ਹੋਰ ਬਾਕੀ ਦੇ ਅਕਾਲੀ ਲੀਡਰਾਂ ਦਾ ਬਿਆਨ ਹੋਣਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਹੁਣ ਦੱਸੋ, ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰੇ ਉਹ ਭੋਗ ਤੋਂ ਬਾਅਦ ਗਏ ਨੇ ਜੀ, ਭੋਗ ਤੋਂ ਪਹਿਲਾਂ ਜਾਣਾ ਬਣਦਾ ਸੀ ਜਥੇਦਾਰ ਸਾਹਿਬ ਦਾ। ਹਨਾ, ਠੀਕ ਆ। ਹੁਣ ਇਹਦਾ ਮਤਲਬ ਉਹਨਾਂ ਨੇ ਪ੍ਰਾਇੋਰਟੀ ਦਿੱਤੀ ਹੈ ਰਾਘਵ ਚੱਡੇ ਉਹਨਾਂ ਨੂੰ ਵੀ ਜੇ ਰਾਘਵ ਚੱਡੇ ਦੇ ਵਿਆਹ ਤੇ ਉਹਦੀ ਮੰਗਣੀ ਤੇ ਜਾਣ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਜਾਂਦੇ ਆ ਤਾਂ ਉੱਥੇ ਜਾਣਾ ਉਹਨਾਂ ਦਾ ਨੈਤਿਕ ਤੌਰ ਤੇ ਜਾਂ ਸਵਾਲਾਂ ਦੇ ਘੇਰੇ ਵਿੱਚ ਆਉਣਾ ਸੀ। ਜਿਹੜੀਆਂ ਤਾਕਤਾਂ ਨੇ ਇਹ ਸਾਰੇ ਆਰਗੇਨਾਈਜ਼ ਕਰੇ ਆ ਸਿਸਟਮ। ਹਨਾ, ਸੋ ਉਹਨਾਂ ਨੇ ਰਾਘਵ ਚੱਡੇ ਦੀ ਮੰਗਣੀ ਤੇ ਜਾਣਾ ਪਹਿਲਾਂ ਸਮਝਿਆ, ਭਾਈ ਪੰਜਵੜ ਦੇ ਜਿਹੜਾ ਪਰਿਵਾਰ ਨੂੰ ਉਹ ਬਾਅਦ ਚ ਮਿਲਣ ਗਏ ਆ। ਸੋ ਤੁਸੀਂ ਉਹਨਾਂ ਦੇ ਕਲੈਸ਼ ਆਉਣਾ ਸੀ, ਤੁਸੀਂ ਦੇਖੋ ਨਾ ਵੀ ਜੇ ਉਹ ਪਹਿਲਾਂ ਚਲੇ ਜਾਂਦੇ। ਹੁਣ ਦੂਜੀ ਗੱਲ ਜਿਹੜੀ ਤੁਹਾਡਾ ਖਾਸ ਸਵਾਲ ਆ ਰਿਹਾ ਹੈਗਾ ਵੀ ਜਿਸ ਤਰ੍ਹਾਂ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਜਿਹੜੇ ਖਾਸ ਕਰਕੇ ਬਾਦਲ ਪਰਿਵਾਰ ਦੇ ਮੁਰੀਦ ਨੇ, ਹਨਾ, ਅਕਾਲੀ ਦਲ ਵਿੱਚ ਉਹਨਾਂ ਨੇ ਇੱਕ ਬਹੁਤ ਛੋਟੇ ਵਰਕਰ ਤੋਂ ਸ਼ੁਰੂ ਹੋ ਕੇ ਹਨਾ ਤੇ ਕਾਫੀ ਵੱਡੀਆਂ ਪਲਾਂਘਾਂ ਪੱਟੀਆਂ। ਹੁਣ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਵੀ ਇੱਕ ਅੰਪਾਇਰ ਦੇ ਮਾਲਕ ਨੇ। ਹਨਾ, ਸੋ ਅਕਾਲੀ ਦਲ ਤੋਂ ਬਹੁਤ ਜ਼ਿਆਦਾ ਮਲਾਈਆਂ ਖਾਧੀਆਂ ਨੇ। ਉਹ ਜਿਸ ਤਰ੍ਹਾਂ ਉਹ ਬੋਲੇ ਨੇ ਜਥੇਦਾਰ ਸਾਹਿਬ ਦੇ ਉੱਥੇ ਜਾਣ ਤੇ ਵੀ ਤੇ ਈਵਨ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਾਣ ਤੇ ਵੀ ਕਾਫੀ ਸਾਰਾ ਅਕਾਲੀ ਦਲ ਵਿੱਚੋਂ ਜਿਹੜਾ ਵਿਵਾਦ ਪੈਦਾ ਹੋਇਆ। ਔਰ ਸਾਨੂੰ ਪਤਾ ਲੱਗਿਆ ਵੀ ਜਿਹੜੇ ਸਿੱਖ ਵਿਦਵਾਨ ਜਾਂ ਸਿੱਖ ਲੀਡਰ ਭਾਈ ਪਰਮਜੀਤ ਸਿੰਘ ਪੰਜਵੜ ਦੇ ਭੋਗ ਤੇ ਗਏ ਆ, ਉਹਨਾਂ ਨੂੰ ਵਿਰਸਾ ਸਿੰਘ ਵਲਟੋਹਾ ਨੇ ਨਿੱਜੀ ਤੌਰ ਤੇ ਮੈਸੇਜ ਕਰਿਆ ਬਹੁਤ ਹੀ ਘਟੀਆ ਭਾਸ਼ਾ ਵਿੱਚ। ਔਰ ਉਹ ਮੈਸੇਜ ਸਾਡੇ ਕੋਲ ਵੀ ਆਏ ਨੇ। ਹਨਾ, ਸੋ ਉਹਨਾਂ ਵਿਦਵਾਨਾਂ ਨੂੰ ਤੇ ਸਿੱਖ ਲੀਡਰਾਂ ਨੂੰ ਜੋ ਮੈਸੇਜ ਗਏ ਆ, ਸੋ ਜਿਸ ਕਿਸਮ ਨਾਲ ਉਹਨਾਂ ਨੇ ਬੋਲਿਆ ਹੈਗਾ ਵੀ ਤੁਸੀਂ ਤੁਹਾਡੀਆਂ ਕਾਲੀਆਂ ਕਰਤੂਤਾਂ ਨੇ ਸਾਡੀ ਕੌਮ ਦਾ ਨੁਕਸਾਨ ਕਰਿਆ, ਹੁਣ ਤੁਸੀਂ ਪੰਜਵੜ ਵਰਗੇ ਬੰਦੇ ਨੂੰ ਸ਼ਹੀਦ ਬਣਾ ਕੇ ਹਨਾ ਸਾਡੀ ਕੌਮ ਦਾ ਹੋਰ ਨੁਕਸਾਨ ਕਰ ਰਹੇ। ਸੋ ਇਸ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਇਹਦਾ ਮਤਲਬ ਜਿਹੜਾ ਬਾਦਲ ਅਕਾਲੀ ਦਲ ਦੀ ਇੱਕ ਪੋਜੀਸ਼ਨ ਬਣਦੀ ਆ
ਹਨਾ। ਉਹਦੇ ਚੋਂ ਇਹ ਹੈਗਾ ਵੀ ਉਹ ਜਿੱਥੇ ਰਾਘਵ ਚੱਡਾ ਵਾਲੀ ਜਿਹੜੀ ਗੱਲ ਹੋਈ ਆ ਜਥੇਦਾਰ ਸਾਹਿਬ ਦੀ, ਉਹਦਾ ਵਿਰੋਧੀ ਆ, ਉੱਥੇ ਭਾਈ ਪੰਜਵੜ ਦਾ ਜਿਹੜੇ ਜਥੇਦਾਰ ਸਾਹਿਬ ਦਾ ਜਾਣਾ ਉਹਦੀ ਵੀ ਵਿਰੋਧਤਾ ਕਰ ਰਿਹਾ। ਹੁਣ ਤੁਹਾਡਾ ਸਵਾਲ ਇੱਥੇ ਇਹ ਅਹਿਮ ਆ ਜਾਂਦਾ ਹੈਗਾ ਵੀ ਜਥੇਦਾਰ ਸਾਹਿਬ ਨੇ ਬਾਦਲ ਪਰਿਵਾਰ ਜਾਂ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਗੀ ਹੋ ਕੇ ਜਿਹੜੇ ਇਹ ਕਦਮ ਦੋਨੋਂ ਫੈਸਲੇ ਲਏ ਨੇ ਵੀ ਇਹ ਕੀ ਸੰਦੇਸ਼ ਦਿੰਦੇ ਆ। ਸੋ ਸਿੱਖ ਸੰਗਤਾਂ ਲਈ ਅਸੀਂ ਇਹ ਦੱਸੀਏ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਹਨਾ। ਵੈਸੇ ਸਾਡੇ ਕੋਲ ਅੱਜ ਰਿਪੋਰਟਾਂ ਇਹ ਆਈਆਂ ਨੇ ਵੀ ਜਥੇਦਾਰ ਸਾਹਿਬ ਨੂੰ ਆਪਣਾ ਜਿਹੜਾ ਬਿਸਤਰਾ ਬੰਨਣ ਲਈ ਸੰਦੇਸ਼ ਮਿਲ ਗਿਆ ਹੋਇਆ ਹਨਾ। ਸੋ ਪਰ ਉਹ ਤੋਂ ਪਹਿਲਾਂ ਜਿਹੜਾ ਉਹ ਕਾਰਜ ਕਰ ਰਹੇ ਨੇ, ਜਿਹੜੇ 2 ਘਟਨਾਵਾਂ ਹੋਈਆਂ ਉਹਦੇ ਚੋਂ ਇਹ ਸੰਦੇਸ਼ ਜਾ ਰਿਹਾ ਹੈ ਵੀ ਭਾਰਤੀ ਜਨਤਾ ਪਾਰਟੀ ਤੇ RSS ਡੋਮੀਨੇਟ ਕਰ ਗਿਆ ਹੈ ਜਥੇਦਾਰ ਸਾਹਿਬ ਨੂੰ ਹਨਾ। ਸੋ ਜਥੇਦਾਰ ਸਾਹਿਬ ਨੂੰ ਇਹ ਲੱਗਿਆ ਵੀ ਇੰਨੇ ਬਾਗੀ ਸਟੈਪ ਲੈ ਕੇ ਵੀ ਸ਼੍ਰੋਮਣੀ ਕਮੇਟੀ ਮੈਨੂੰ ਗੱਦੀਓਂ ਨਹੀਂ ਲਾ ਸਕਦੀ, ਕਿਉਂਕਿ ਮੇਰੇ ਸਿਰ ਤੇ ਹੁਣ RSS ਤੇ ਭਾਜਪਾ ਦਾ ਹੱਥ ਆ ਗਿਆ ਹੋਇਆ। ਉਹ ਇਸ ਗਲਤਫਹਿਮੀ ਵਿੱਚ ਇਹ ਦੋਨੋਂ ਸਟੈਪ ਆ ਜਿਹੜੇ ਉਹਨਾਂ ਨੇ ਲੈ ਲਏ ਹੋਏ ਨੇ ਹਨਾ। ਜਿਹੜਾ ਪਹਿਲਾ ਸਟੈਪ ਸੀ ਉਹਦਾ ਬਹੁਤ ਬੋਲਡ ਸੀ ਨਾ, ਚਲੋ ਪਰਮਜੀਤ ਸਿੰਘ ਪੰਜਵੜ ਉਹਨਾਂ ਦੇ ਤਾਂ ਜਾਣਾ ਬਣਦਾ ਇੱਕ ਜਥੇਦਾਰ ਦੇ ਤੌਰ ਤੇ ਉਹਨਾਂ ਦਾ, ਪਰ ਉਹ ਬਾਅਦ ਚ ਹੋ ਗਏ ਨੇ, ਪਹਿਲਾ ਸਟੈਪ ਹੋ ਲਿਆ। ਸੋ ਸਾਨੂੰ ਹੁਣ ਇਹ ਲੱਗਦਾ ਵੀ ਇਹ ਸਿਨੈਰੀਓ ਉੱਭਰ ਰਿਹਾ ਵੀ ਭਾਰਤੀ ਜਨਤਾ ਪਾਰਟੀ RSS ਤੇ ਹੋਰ ਜਿਹੜੀਆਂ ਸੰਘ ਦੀਆਂ ਸੰਸਥਾਵਾਂ ਨੇ ਉਹ ਅਗਰੈਸਿਵਲੀ ਪੰਜਾਬ ਵਿੱਚ ਦੁਬਾਰੇ ਵਰਕ ਕਰਨਾ ਚਾਹੁੰਦੀਆਂ ਨੇ ਔਰ ਉਹ ਟੌਪ ਤੋਂ ਵਰਕ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਹਨਾ। ਸੋ ਉਹ ਅਕਾਲੀ ਦਲ ਨੂੰ ਵੀ ਖੰਡਾਉਣਗੀਆਂ। ਸੋ ਜਥੇਦਾਰ ਨਾਲ ਇਹ ਜਿਹੜੇ ਉਹਨਾਂ ਦਾ ਜੇ ਉਹਨਾਂ ਦਾ ਰਿਸ਼ਤਾ ਬਣ ਰਿਹਾ ਹਨਾ, ਜੇ ਤਾਂ ਜਥੇਦਾਰ ਸਾਹਿਬ ਨੂੰ ਕੱਲ ਪਰਸੋਂ ਨੂੰ ਮੈਨੂੰ ਲੱਗਦਾ ਵੀ ਗੱਦੀ ਤੋਂ ਲਾਹ ਦਿੱਤਾ ਜਾਊਗਾ ਨਾ। ਸੋ ਜੇ ਉਹ ਨਹੀਂ ਲੈਂਦੇ ਤਾਂ ਇਟ ਮੀਨਸ ਜਿਹੜਾ ਦਿੱਲੀ ਦੇ ਹਾਕਮਾਂ ਦਾ ਹੱਥ ਹੈ ਉਹ ਜਥੇਦਾਰ ਸਾਹਿਬ ਤੇ ਮਜ਼ਬੂਤੀ ਨਾਲ ਆ ਗਿਆ ਹੋਇਆ। ਔਰ ਫਿਰ ਜੇ ਇੱਕ ਹੁਣ ਸਟੈਪ ਲੈ ਗਿਆ ਔਰ ਸਾਨੂੰ ਲੱਗਦਾ ਵੀ ਅਕਾਲੀ ਦਲ ਉਹਨਾਂ ਨੂੰ ਫਾਰਗ ਕਰ ਦਊਗਾ ਹਨਾ। ਪਰ ਜੇ ਨਹੀਂ ਫਾਰਗ ਹੁੰਦੇ ਤਾਂ ਇਹ ਸਿਨੈਰੀਓ ਸਿੱਖਾਂ ਲਈ ਵੱਧ ਘਾਤਕ ਹੈਗਾ ਵੀ ਜਥੇਦਾਰ ਭਾਰਤੀ ਜਨਤਾ ਪਾਰਟੀ ਦੇ ਸੰਘ ਪਰਿਵਾਰ ਦੇ ਜਿਹੜੀ ਇਹ ਪਕੜ ਵਿੱਚ ਆ ਗਿਆ ਹੋਇਆ ਔਰ ਉਹਨਾਂ ਦੇ ਹਿਸਾਬ ਨਾਲ ਜਿਹੜੇ ਫੈਸਲੇ ਲਊਗਾ। ਸੋ ਸਾਨੂੰ ਇਸ ਗੱਲੋਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਵੀ ਕਿਤੇ ਇਹ ਨਾ ਹੋਵੇ ਵੀ ਆਪਾਂ ਅਕਾਲੀ ਦਲ ਦੀਆਂ ਗਲਤੀਆਂ ਜਾਂ ਸ਼੍ਰੋਮਣੀ ਕਮੇਟੀ ਦੀਆਂ ਗਲਤੀਆਂ ਦਾ ਰਾਗ ਲਾਪਦੇ ਆਪਣੇ ਗਲ ਇਹੋ ਜਿਹਾ ਸੱਪ ਪਵਾ ਲਈਏ ਭਾਰਤੀ ਜਨਤਾ ਪਾਰਟੀ ਦੇ ਸੰਘ ਪਰਿਵਾਰ ਦਾ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਗਲਤੀਆਂ ਸਾਡੀ ਕੌਮ ਦੀਆਂ ਨਿੱਜੀ ਗਲਤੀਆਂ ਨੇ, ਉਹਨਾਂ ਨੂੰ ਆਪਾਂ ਪਰਿਵਾਰ ਵਿੱਚ ਬੈਠ ਕੇ ਇੱਕ ਤਰ੍ਹਾਂ ਨਾਲ ਸੁਲਝਾ ਸਕਦੇ ਹਾਂ, ਪਰ ਜਦੋਂ ਉਹ ਸੱਪ ਗਲ ਪੈ ਗਿਆ ਉਹਨੂੰ ਲਾਉਣਾ ਤੁਹਾਡੇ ਲਈ ਬਹੁਤ ਔਖਾ ਹੋ ਜਾਏਗਾ। ਸੋ ਇਸ ਗੱਲੋਂ ਕੌਮ ਹੈ ਜਿਹੜੀ ਸੁਚੇਤ ਰਹੇ ਵੀ ਅਕਾਲ ਤਖਤ ਦਾ ਜਥੇਦਾਰ ਨੂੰ ਕਿਤੇ ਉਹ ਆਪਣੇ ਸਕੰਜੇ ਵਿੱਚ ਪੂਰੀ ਤਰ੍ਹਾਂ ਲੈ ਕੇ ਉਹਨੂੰ ਉੱਥੇ ਬਿਠਾ ਕੇ ਆਪਣੀਆਂ ਕਾਰਵਾਈਆਂ ਮਤਲਬ ਆਪਾਂ ਕਹਿ ਲਈਏ ਵੀ ਪਰਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲਣਗੀਆਂ ਜੇ ਮਤਲਬ ਅਜ਼ੰਪਸ਼ਨ ਹੀ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਕੌਮ ਨੂੰ ਸੁਚੇਤ ਕਰਨਾ ਸਾਡਾ ਫਰਜ਼ ਹੈਗਾ। ਸੋ ਅੱਜ ਦੀਆਂ ਅਜ਼ੰਪਸ਼ਨਸ ਇਹ ਨੇ, ਅੱਜ ਸਾਡੇ ਕੋਲ ਇਹ ਖਬਰਾਂ ਹੈਗੀਆਂ ਨੇ ਵੀ ਉਹਨਾਂ ਨੂੰ 2-3 ਦਿਨ ਦਾ ਸਮਾਂ ਦੇ ਦਿੱਤਾ ਗਿਆ ਹੋਇਆ ਵੀ ਤੁਸੀਂ ਕਿੱਥੇ ਡਿਊਟੀ ਜੁਆਇਨ ਕਰਨੀ ਹੈ ਉਹ ਜਗ੍ਹਾ ਲੱਭ ਲਓ ਤੇ ਬਾਕੀ ਸੈਕਟਰੀਏਟ ਖਾਲੀ ਕਰਨ ਦਾ। ਸੋ ਅੱਜ ਸਾਡੇ ਕੋਲ ਇਹ ਹੈਗੀਆਂ ਨੇ। ਹੁਣ ਉਹਨਾਂ ਦਾ ਫਾਰਮਲੀ ਉਹਨਾਂ ਨੂੰ ਅਹੁਦੇ ਤੋਂ ਲਾਉਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲੀ ਲੌਬੀ ਆਪਣਾ ਜ਼ੋਰ ਪਾ ਜਾਂਦੀ ਆ ਜਾਂ ਉਹਨਾਂ ਨੂੰ ਨਹੀਂ ਲੈਣ ਦਿੰਦੀ ਤਾਂ ਫਿਰ ਇਹ ਜਿਹੜਾ ਉਹ ਤੋਂ ਬਾਅਦ ਦੇ ਸੀਨ ਉੱਭਰਨਾ ਉਹ ਸਿੱਖਾਂ ਲਈ ਖਤਰਨਾਕ ਹੋਊਗਾ। ਜੀ ਬਿਲਕੁਲ ਜੀ, ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹ 'ਚੋਂ ਬਹੁਤ ਸਾਰਾ ਕੁਝ ਜਿਹੜਾ ਹੈ ਆਉਣ ਵਾਲੇ ਦਿਨਾਂ 'ਚ ਅਨਫੋਲਡ ਜ਼ਰੂਰ ਹੋਵੇਗਾ। ਦੇਖਦੇ ਹਾਂ ਕਿ ਕੀ ਕੁਝ ਹੁੰਦਾ ਹੈ। ਤੇ ਜਲੰਧਰ ਚੋਣ ਜਿਹੜੀ ਆਪਾਂ ਨੂੰ ਪਤਾ ਹੈ ਹੋ ਕੇ ਹਟੀ ਹੈ, ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਹੈ। ਤਕਰੀਬਨ 34% ਜਿਹੜੀ VOTING ਆਮ ਆਦਮੀ ਪਾਰਟੀ ਨੂੰ ਹੋਈ ਹੈ। ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਹੈ ਕਾਂਗਰਸ ਜਿਹੜੀ ਰਹੀ ਹੈਗੀ ਹੈ, ਤੀਸਰੇ ਨੰਬਰ ਤੇ ਅਕਾਲੀ ਦਲ, ਚੌਥੇ ਤੇ BJP। ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ, ਜੋ ਜਲੰਧਰ ਦਾ ਜੇ ਆਪਾਂ ਵਿਸ਼ਲੇਸ਼ਣ ਕਰਨਾ ਹੋਵੇ? ਹਾਂਜੀ ਸੋ ਆਪਾਂ ਹਾਲਾਂਕਿ ਲਗਾਤਾਰ ਇਹ ਸੀ 25 ਸਾਲਾਂ ਤੋਂ ਕਾਂਗਰਸ ਦੀ ਸੀਟ ਸੀ ਇਹ। ਸੋ 25 ਸਾਲਾਂ ਤੋਂ ਕਾਂਗਰਸ ਨੇ ਕਬਜ਼ਾ ਜਮਾਇਆ ਹੋਇਆ ਸੀ ਔਰ ਸਾਨੂੰ ਆਪ ਨੂੰ ਵੀ ਉਮੀਦ ਸੀ ਵੀ ਜਿਹੜੀ ਹਮਦਰਦੀ ਦੀ ਵੋਟ ਆ ਉਹ ਕਾਂਗਰਸ ਨੂੰ ਮਿਲ ਸਕਦੀ ਹੈਗੀ ਹੈ। ਸੋ ਪਰ ਆਮ ਆਦਮੀ ਪਾਰਟੀ ਨੇ ਬਕਾਇਦਾ ਉੱਥੇ ਕੰਮ ਕਰਿਆ, ਉਹਨਾਂ ਦੇ ਵਰਕਰਾਂ ਨੇ, ਉਹਦੀ ਲੀਡਰਸ਼ਿਪ ਨੇ, ਸਾਰਿਆਂ ਨੇ ਵਧੀਆ ਕੰਮ ਕਰਿਆ ਔਰ ਲੋਕਾਂ ਨੂੰ ਇਹ ਜਚਾਉਣ ਵਿੱਚ ਉਹ ਕਾਮਯਾਬ ਰਹੇ ਨੇ ਵੀ ਹਾਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਥੇ ਵਰਕ ਕਰੇਗੀ, ਇੱਥੇ ਅਸੀਂ ਕੰਮ ਕਰਾਂਗੇ। ਸੋ ਉਹਨਾਂ ਦੇ ਕਾਰਜ ਨੂੰ ਲੋਕਾਂ ਨੇ ਵੋਟਾਂ ਪਾਈਆਂ। ਹਾਲਾਂਕਿ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਪਿਛਲੇ ਸਾਲ ਦੌਰਾਨ ਹੋਈਆਂ ਸੀ, ਪਰ ਇਹਦੇ ਬਾਵਜੂਦ ਵੀ ਜਿਹੜਾ ਹੈਗਾ ਹੁਣ ਉਹਦੇ ਚੋਂ ਇਹ ਆਇਆ ਹੈਗਾ ਵੀ ਜਲੰਧਰ 'ਚ 63% ਦੇ ਕਰੀਬ ਜਿਹੜਾ ਹਿੰਦੂ ਵੋਟਰ ਹੈਗਾ ਹਨਾ। ਸੋ 37% ਆ ਜਿਹੜਾ ਉਹ ਸਿੱਖ ਵੋਟਰ ਹੈਗਾ। ਦਲਿਤ ਵੋਟਰ ਜ਼ਿਆਦਾ ਹਿੰਦੂ ਹੈ, ਸੋ ਥੋੜਾ ਘੱਟ ਜਿਹੜਾ ਹੈਗਾ ਉਹ ਸਿੱਖ ਵੀ ਦਲਿਤ ਵੋਟਰ ਹੈਗਾ। ਸੋ ਉਹਦੇ ਚੋਂ ਜਿਹੜੀ ਪਰਸੈਂਟੇਜ ਆਈ ਇਟ ਮੀਨਸ ਜਿਹੜਾ ਹਿੰਦੂ ਡੋਮੀਨੇਟਡ ਏਰੀਆ ਸੀ, ਇਸੇ ਕਰਕੇ ਜਿਹੜੀ ਹੈਗੀ ਆ ਕਾਂਗਰਸ ਨੂੰ ਉੱਥੇ ਬਹੁਮਤ ਮਿਲਦਾ ਰਿਹਾ ਹੈਗਾ। ਸੋ ਜਿਹੜਾ ਹਿੰਦੂ ਵੋਟ ਹੈ ਉਹ ਜਿੱਤ ਹਾਰ ਦਾ ਫੈਸਲਾ ਡਿਟਰਮਿਨ ਕਰਦਾ। ਇਹ 5-6 ਸੀਟਾਂ ਤੇ ਹੁਸ਼ਿਆਰਪੁਰ ਵਾਲੀ ਤੇ, ਗੁਰਦਾਸਪੁਰ ਵਾਲੀ ਤੇ, ਈਵਨ ਅੰਮ੍ਰਿਤਸਰ ਵਾਲੀ ਤੇ ਵੀ ਨਾ
ਬੇਸ਼ੱਕ ਪੰਜਾਬੀ ਵੋਟ ਸਿੱਖ ਵੋਟ ਬਹੁਤ ਹੈ, ਪਰ ਇਹਦੇ ਬਾਵਜੂਦ ਵੀ ਜਿੱਤ ਹਾਰ ਦਾ ਫੈਸਲਾ ਇਹਨਾਂ ਪਰ ਫਿਰ 5-6 ਸੀਟਾਂ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹ ਵੀ ਵੋਟ ਫਿਰ ਇਸ ਵਾਰ ਵੰਡੀ ਗਈ ਹੋਵੇਗੀ। ਹਾਂਜੀ ਹਾਂਜੀ, ਜਿਹੜੀ ਹਿੰਦੂ ਵੋਟ ਹੈ ਉਹ ਤੁਸੀਂ ਦੇਖੋ ਵੀ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਗ੍ਰਾਫ ਉੱਪਰ ਕਰਿਆ ਹੈ ਨਾ। ਬਿਲਕੁਲ। ਸੋ ਉਹਦੇ ਚੋਂ ਇਹ ਹੈਗਾ ਵੀ ਜਿਹੜੀ ਹਿੰਦੂ ਵੋਟ ਆ ਉਹ ਉਹਨਾਂ ਘਟਨਾਵਾਂ ਕਰਕੇ, ਇੱਕ ਤਾਂ ਜਿਹੜਾ ਅੰਮ੍ਰਿਤਪਾਲ ਵਾਲਾ ਵਰਤਾਰਾ ਹੋਇਆ, ਸੋ ਉਹਦੇ ਚੋਂ ਸਿੱਖ ਵੋਟ ਉਹੀ ਘੱਟ ਸੀ 37% ਆ। ਜਿਹੜੀ ਹਿੰਦੂ ਵੋਟ ਆ ਉਹਨੇ ਫਿਰ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਜਸ਼ੈਲੀ ਸੀ ਅੰਮ੍ਰਿਤਪਾਲ ਵਾਲੇ ਵਰਤਾਰੇ ਦੀ, ਉਹਦੀ ਹਮਾਇਤ ਕਰੀ ਹੈ ਹਨਾ। ਸੋ ਉਹ ਵੋਟ ਭੁਗਤੀ ਹੈ। ਦੂਜਾ ਜਿਹੜਾ ਦਲਿਤ ਵਰਗ ਆ, ਦਲਿਤ ਵਰਗ ਦਾ ਜਿਹੜਾ ਵੱਡਾ ਹਿੱਸਾ ਹੈ, ਸਾਨੂੰ ਲੱਗਦਾ ਵੀ ਉਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਨਾ, ਸੋ ਉਹਨਾਂ ਸਹੂਲਤਾਂ ਦੇ ਮੱਦੇਨਜ਼ਰ ਕਿਉਂਕਿ ਸਰਕਾਰ ਇਹਨਾਂ ਦੀ ਹੈ, ਉਹਨਾਂ ਨੂੰ ਲੱਗਦਾ ਵੀ ਕਿਉਂਕਿ ਉਹਨਾਂ ਗਰੀਬ ਲੋਕਾਂ ਦਾ ਵਿਚਾਰਿਆਂ ਦਾ ਉਹਨਾਂ ਸਹੂਲਤਾਂ ਦੇ ਸਹਾਰੇ ਤੇ ਹੀ ਘਰ-ਬਾਰ ਚੱਲਦਾ ਹੈ। ਸੋ ਉਹ ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਭੁਗਤੀ ਹੈ, ਔਰ ਉਹਨਾਂ ਨੇ ਬੜੇ ਆਪਣਾ ਜਿਹੜਾ ਪ੍ਰਚਾਰ ਹੈ, ਜਿਹੜਾ ਕੰਮ ਢੰਗ ਹੈਗਾ, ਉਹਨੂੰ ਵਧੀਆ ਢੰਗ ਨਾਲ ਕਰਿਆ। ਸੋ ਜਿਹਨੂੰ ਜਿੱਤ ਹੋਈ ਹੈ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਇੱਕ ਕਾਮਯਾਬੀ ਹੈ। ਹੁਣ ਅੱਗੇ ਇਹ ਕਾਮਯਾਬੀ ਕਿੰਨੀ ਦੇਰ ਬਰਕਰਾਰ ਰਹਿੰਦੀ ਹੈ ਜਾਂ ਲੋਕਾਂ ਦਾ ਕਿਸ ਤਰ੍ਹਾਂ ਦਾ ਰਾਹ ਸਾਹਮਣੇ ਆਉਂਦਾ, ਉਹ ਆਮ ਆਦਮੀ ਪਾਰਟੀ ਨੇ ਆਪਾਂ ਕਹਿ ਸਕਦੇ ਹਾਂ ਵੀ ਡੰਕੇ ਦੀ ਚੋਟ ਨਾਲ ਇਹ ਜਿਹੜੀ ਸੀਟ ਜਿਹੜੀ ਕੱਢ ਲਈ ਹੋਈ। ਤੇ ਥੋੜਾ ਜਿਹਾ ਹੋਰ ਅੱਗੇ ਕਰ ਲੈਂਦੇ ਵੀ ਕਾਂਗਰਸ ਦਾ 24 ਸਾਲ ਬਾਅਦ ਇਹ ਕਿਲਾ ਇੱਕ ਤਰ੍ਹਾਂ ਦਾ ਢੱਠਣਾ, ਇਹਨੂੰ ਕਾਂਗਰਸ ਦੇ ਪਰਸਪੈਕਟਿਵ ਤੋਂ ਕਿਵੇਂ ਦੇਖਦੇ ਹੋ? ਕੀ ਇੱਥੇ ਕੋਈ ਫਿਰ ਹੋਵੇਗਾ ਵੀ ਕਾਂਗਰਸ ਦੇ ਵਿੱਚ ਵੀ ਕੋਈ ਮੰਥਨ ਹੋਵੇਗਾ ਜਾਂ ਪਾਰਟੀ ਪ੍ਰਧਾਨ ਜਾਂ ਕੁਛ ਇਸ ਤੇ ਕੁਛ ਨਾ ਕੁਛ? ਨਹੀਂ, ਠੀਕ, ਬਿਲਕੁਲ ਠੀਕ ਹੈ। ਕਾਂਗਰਸ ਦੀ ਜਿਹੜੀ ਹੈਗੀ ਹੈ ਵੀ 10% ਵੋਟ ਘਟੀ ਹੈ 2019 ਨਾਲੋਂ 10% ਵੋਟ ਦਾ ਘਟਣਾ ਕਾਂਗਰਸ ਲਈ ਖਤਰੇ ਦੀ ਘੰਟੀ ਹੈ ਨਾ ਇਸ ਮਾਮਲੇ 'ਚ। ਸੋ ਇੱਕ ਤਾਂ ਇਹ ਹੁੰਦਾ ਵੀ ਜਿਹੜੀ ਜੀਵਨੀ ਚੋਣ ਹੁੰਦੀ ਆ ਉਹਦੇ ਵਿੱਚ ਸੱਤਾਧਾਰੀ ਧਿਰ ਨੂੰ ਐਡਵਾਂਟੇਜ ਹੁੰਦੀ ਆ। ਆਪਾਂ ਪਿਛਲੇ 20-25-30 ਸਾਲਾਂ ਤੋਂ ਹੀ ਦੇਖ ਰਹੇ ਹੈਗੇ ਆ ਨਾ। ਸੋ ਇੱਕ ਆਪਸ਼ਨ ਹੋਈ ਸੀ 1994 'ਚ ਜੀ, ਉਦੋਂ ਹੋਈ ਦੋ ਆਪਸ਼ਨਾਂ ਉਦੋਂ ਹੋਈਆਂ ਸੀ। ਇੱਕ ਤਾਂ ਗਿੱਦੜਬਾਹੇ ਤੋਂ ਬੇਅੰਤ ਸਿੰਘ ਦੀ ਸਰਕਾਰ ਸੀ ਹਨਾ, ਵੱਡਾ ਜ਼ੁਲਮ ਕਰਕੇ ਉਹ ਹਟੇ ਸੀ ਪੰਜਾਬ ਤੇ, ਤਾਂ ਉਹ ਤੋਂ ਬਾਅਦ ਗਿੱਦੜਬਾਹੇ ਦੀ ਚੋਣ ਆ ਜਾਂਦੀ ਆ, ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਹੁੰਦੀ ਆ। ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵੱਲੋਂ ਜਿੱਤਦੇ ਆ। ਇੱਕ ਆਦਮਪੁਰ ਦੀ ਚੋਣ ਆਈ ਸੀ ਉਹਨਾਂ ਦਿਨਾਂ ਦੌਰਾਨ, ਉਹਦੇ ਵਿੱਚ ਵੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਜਿੱਤਦਾ ਹੈਗਾ। ਸੋ ਉਹ ਦੋ ਆਪਸ਼ਨਾਂ ਆਈਆਂ, ਨਹੀਂ ਇਹ ਹੁੰਦਾ ਆਇਆ ਵੀ ਸੱਤਾਧਾਰੀ ਧਿਰ ਹੀ ਜਾਂ ਸਿਮਰਨਜੀਤ ਸਿੰਘ ਮਾਨ ਵਾਲਾ ਜੋ ਵਰਤਾਰਾ ਪਿਛਲੇ ਸਾਲ ਹੋ ਗਿਆ, ਮਾਨ ਸਾਹਿਬ ਵਾਲਾ ਵਰਤਾਰਾ ਇਹ ਸੀ ਵੀ ਜਿਹੜੀ ਆਪ ਦੀ ਸਰਕਾਰ ਆ ਉਹ ਬਿਲਕੁਲ ਨਵੀਂ ਬਣੀ ਸੀ, ਹਲੇ ਅਫਸਰਸ਼ਾਹੀ ਤੇ ਕੰਟਰੋਲ ਜਾਂ ਸਾਰੇ ਸਿਸਟਮ ਨੂੰ ਮੈਨੇਜ ਕਰਨ ਦਾ ਉਹਨਾਂ ਦੇ ਜਿਹੜੇ ਪੇਚ ਆ ਢਿੱਲੇ ਸੀ ਨਾ। ਤੇ ਦੂਜਾ ਦੀਪ ਸਿੱਧੂ ਕਰਕੇ ਜਾਂ ਸਿੱਧੂ ਮੂਸੇ ਵਾਲੇ ਕਰਕੇ ਇੱਕ ਹਮਦਰਦੀ ਦੀ ਵੋਟ ਆ, ਉਹ ਹਮਦਰਦੀ ਦੀ ਵੋਟ ਮਾਲਵੇ ਵਾਲੀ ਬੈਲਟ ਵਿੱਚ ਰਹਿਣੀ ਆ। ਉਹ ਹਮਦਰਦੀ ਦੀ ਵੋਟ ਦੁਆਬੇ ਤੇ ਆ ਮਾਝੇ ਵਾਲੀ ਬੈਲਟ ਚੋਂ ਘੱਟ ਮਿਲਦੀ ਆ। ਤੇ ਹੁਣ ਇਸ ਵਾਰ ਵੀ ਉਹਨਾਂ ਨੂੰ ਤਕਰੀਬਨ 20,354 ਵੋਟਾਂ ਪਈਆਂ ਨੇ। ਇੱਥੇ ਜਲੰਧਰ ਵਾਲੇ 'ਚ ਵੀ 5ਵੇਂ ਨੰਬਰ ਤੇ ਆਏ ਹੈਗੇ ਆ, ਕਿਵੇਂ ਦੇਖਦੇ ਹੋ? ਹਾਂਜੀ ਨਹੀਂ ਠੀਕ ਹੈ। ਸਾਨੂੰ ਲੱਗਦਾ ਵੀ ਜਲੰਧਰ ਵਰਗੇ ਖੇਤਰ 'ਚ ਜਿਹੜਾ ਹਿੰਦੂ ਡੋਮੀਨੇਟਡ ਆ ਉਹਦੇ ਵਿੱਚੋਂ 20,000 ਵੋਟ ਲੈ ਜਾਣੀ ਸਿਮਰਨਜੀਤ ਸਿੰਘ ਮਾਨ ਵੱਲੋਂ। ਸੋ ਇੱਕ ਉਹਨਾਂ ਦੀ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ। ਉਹਨਾਂ ਨੂੰ ਤਾਂ ਐ ਵੀ 300-400 ਜਾਂ 500 ਵੋਟ ਪੈਂਦੀ ਹੁੰਦੀ ਸੀ ਹਨਾ, ਜਿਹੜੇ ਉਹਨਾਂ ਦੇ ਪੈਟ ਮੈਂਬਰ ਹੈਗੇ। ਇਟ ਮੀਨਸ ਵੀ ਉਹ ਜਿਹੜੀ ਜਾਗਰਤੀ ਆ ਉਹ ਕਿਤੇ ਨਾ ਕਿਤੇ ਆ ਰਹੇਗੀ। ਹਾਂ, ਜਿਮਨੀ ਚੋਣ 'ਚ ਇਹ ਹੁੰਦਾ ਵੀ ਸਾਰੀ ਸ਼ਕਤੀ ਆ ਜਿਹੜੀ 2-3 ਪਾਰਟੀਆਂ ਨੇ ਆਪਣੀ ਸਾਰੀ ਪਾਰਟੀ ਦੀ ਸ਼ਕਤੀ ਝੋਕੀ ਹੁੰਦੀ ਆ, ਉਹਦੇ 'ਚੋਂ ਬਾਕੀ ਹੁੰਦਾ ਵੀ ਤੁਹਾਡੇ ਕੋਲ ਬੁਲਾਰਾ ਕੋਈ। ਹੁਣ ਦੋਵੇਂ ਬੁਲਾਰੇ ਨਹੀਂ ਰਹੇ, ਨਾ ਦੀਪ ਸਿੱਧੂ ਰਿਹਾ ਨਾ ਭਾਈ ਅਮਰਤਪਾਲ ਸਿੰਘ ਰਿਹਾ। ਈਵਨ ਜੇ ਭਾਈ ਅਮਰਤਪਾਲ ਸਿੰਘ ਮੈਦਾਨ ਵਿੱਚ ਹੁੰਦੇ ਤਾਂ ਘੱਟੋ ਘੱਟ ਇਹ ਵੋਟ ਆ 70-75 ਹਜ਼ਾਰ ਤੱਕ ਪਹੁੰਚ ਸਕਦੀ ਸੀ ਨਾ, ਜਾਂ ਦੀਪ ਸਿੱਧੂ ਨਹੀਂ ਮੈਦਾਨ ਵਿੱਚ ਹੁੰਦੇ। ਸੋ ਸਿਮਰਨਜੀਤ ਸਿੰਘ ਮਾਨ ਦਾ ਆਪਾਂ ਕਹਿ ਸਕਦੇ ਵੀ ਉਹਨਾਂ ਦਾ ਗ੍ਰਾਫ ਵਧਿਆ ਹੈ, ਉੱਚਾ ਹੋਇਆ ਹੈ, ਪਰ ਉਹਨਾਂ ਨੂੰ ਮਿਹਨਤ ਕਰਨ ਦੀ ਜਾਂ ਆਪਣੇ ਨਾਲ ਜਿਹੜੀ ਟੀਮ ਬਣਾਉਣ ਦੀ, ਇੱਕ ਤਾਂ ਉਹ ਬਿਮਾਰ ਹੋ ਗਏ, ਉਹਨਾਂ ਦੇ ਕਾਗਜ਼ ਭਰਾਉਣ ਤੋਂ ਬਾਅਦ ਸਰਦਾਰ ਗੁਰਜੰਟ ਸਿੰਘ ਦੇ ਕਾਗਜ਼ ਭਰਾਉਣ ਤੋਂ ਬਾਅਦ ਮਾਨ ਸਾਹਿਬ ਬਿਮਾਰ ਹੋ ਗਏ, 3-4 ਦਿਨਾਂ ਲਈ ਉਹ ਮੈਦਾਨ ਤੋਂ ਬਾਹਰ ਰਹੇ। ਉਹ ਤੋਂ ਬਾਅਦ ਉਹਨਾਂ ਦੀ ਸੈਕੰਡ ਟੀਮ ਨਹੀਂ ਜਿੱਤਾ, ਉਹ ਸਾਂਭੀ ਹੈਗੀ। ਸੋ ਉਹਨਾਂ ਦੇ ਪਰਸਪੈਕਟਿਵ ਤੋਂ ਇਹ ਗੱਲ ਠੀਕ ਹੈਗੀ ਆ ਵੀ ਉਹਨਾਂ ਨੇ। ਅਕਾਲੀ ਬੀਐਸਪੀ ਦੇ ਗੱਠਜੋੜ ਨੂੰ ਕਿਵੇਂ ਦੇਖਦੇ ਹੋ? ਪਿਛਲੇ ਸਾਲ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਈਆਂ ਸੀ, ਇਕੱਲੀਆਂ ਬੀਐਸਪੀ ਨੂੰ ਹੀ 2,20,000 ਦੇ ਲਾਗੇ ਜਾ ਕੇ ਵੋਟਾਂ ਪੈ ਗਈਆਂ ਸੀ। ਇਸ ਵਾਰ ਦੋਨਾਂ ਨੂੰ ਮਿਲਾ ਕੇ ਵੀ ਜਿਹੜਾ ਹੈ 1,58,000। ਹਾਂਜੀ, ਇੱਕ ਤਾਂ ਹੈਗਾ ਵੀ ਘੱਟੋ ਘੱਟ ਅਕਾਲੀ ਦਲ ਨੇ ਥੋੜੀ ਜਿਹੀ ਆਪਣੀ ਜਿਹੜੀ ਇੱਜ਼ਤ ਬਚਾ ਲਈ ਹੋਈ ਆ ਹਨਾ, ਵੀ ਘੱਟੋ ਘੱਟ ਫੇਰ ਵੀ 1,58,000 ਵੋਟ ਦਾ ਇੰਨੇ ਮਾੜੇ ਸਮਿਆਂ 'ਚ ਵੀ 1,58,000 ਵੋਟ ਪੈ ਜਾਣੀ। ਜੇ ਤੁਸੀਂ ਕਹੋ ਵੀ 58,000 ਬਹੁਜਨ ਸਮਾਜ ਪਾਰਟੀ ਦੀ ਹੈ ਜਾਂ 1 ਲੱਖ ਫੇਰ ਵੀ ਅਕਾਲੀ ਦਲ ਦੀ ਹੈ, ਇਟ ਮੀਨਸ ਹਲੇ ਵੀ ਅਕਾਲੀ ਦਲ ਦਾ 1 ਲੱਖ ਵਰਕਰ ਆ ਜਿਹੜਾ ਉਹਦੇ ਨਾਲ ਖੜਾ ਹੈਗਾ ਨਾ। ਸੋ ਪਰ ਦੂਜੇ ਪਾਸੇ ਵੀ 2,20,000 ਆ ਜਿਹੜੀ ਬਹੁਜਨ ਸਮਾਜ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੋਲ ਹੋਈ ਸੀ, ਪਰ ਹੁਣ ਦੋਹਾਂ ਨੂੰ ਮਿਲਾ ਕੇ ਵੀ ਉਹ ਨਹੀਂ ਹੋਈ। ਇਟ ਮੀਨਸ ਵੀ ਬਹੁਤ ਜ਼ਿਆਦਾ ਜਿਹੜਾ ਵੋਟਰ ਆ ਉਹ ਅਕਾਲੀ ਦਲ ਨਾਲੋਂ ਟੁੱਟਿਆ ਹੋਵੇ। ਜਿੱਥੇ ਅਸੀਂ ਇਹ ਕਹਿ ਚੁੱਕੇ ਹਾਂ ਵੀ ਅਕਾਲੀ ਦਲ ਨੇ ਆਪਣੀ ਇੱਜ਼ਤ ਬਚਾ ਲਈ ਹੈ, ਪਰ ਇਹ ਵੀ ਅਕਾਲੀ ਦਲ ਦੇਖੇ ਵੀ ਟੁੱਟਿਆ ਕਿੰਨਾ ਹੈ ਨਾ।
3,20,000 ਦੇ ਕਰੀਬ 3,10,000 ਦੇ ਕਰੀਬ ਵੋਟ ਸੀ ਜਿਹੜੀ ਅਕਾਲੀ ਦਲ ਨੂੰ 2019 ਦੀਆਂ ਚੋਣਾਂ 'ਚ ਭਾਜਪਾ ਗੱਠਜੋੜ ਦੌਰਾਨ ਮਿਲੀ ਸੀ, ਹੈ ਨਾ। ਸੋ 20,000 ਵੋਟਾਂ ਨਾਲ ਆ ਜਿਹੜੇ ਮਿਸਟਰ ਚੌਧਰੀ ਆ ਉਹ ਬਣੇ ਸੀਗੇ, ਹੈ ਨਾ। ਸੋ ਜਿਨ੍ਹਾਂ ਦੀ ਮੌਤ ਤੋਂ ਬਾਅਦ ਇਹ ਜਿਹੜੀ ਸੀਟ ਹੈ ਖਾਲੀ ਹੋਈ। ਸੋ ਅਕਾਲੀ ਦਲ ਨੇ ਜਿੱਥੇ ਗਵਾਇਆ ਜ਼ਿਆਦਾ ਹੈ ਪਰ ਉੱਥੇ ਫਿਰ ਵੀ ਹਲੇ ਵੀ ਆਪਣੇ ਆਪ ਨੂੰ ਮੇਨਟੇਨ ਰੱਖਿਆ ਹੈ ਨਾ। ਸਾਡੇ ਹਿਸਾਬ ਨਾਲ ਤਾਂ ਇਹ ਸੀ ਵੀ ਜਿਸ ਤਰ੍ਹਾਂ ਨਾਲ ਅਕਾਲੀ ਦਲ ਹਾਸ਼ੀਏ ਤੋਂ ਬਾਹਰ ਹੋ ਰਿਹਾ, ਉੱਥੇ ਉਹਨਾਂ ਦੇ ਸੰਗਰੂਰ ਵਾਲਾ ਹੀ ਹਾਲ ਹੋਊਗਾ ਵੀ 45-50,000 ਵੋਟ ਮਤਲਬ ਚੌਥੇ ਨੰਬਰ ਤੇ ਲੜਕ ਜਾਣਗੇ, ਪਰ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਇਆ ਉਹ ਮੇਨਟੇਨ ਕਰਕੇ ਹੋਇਆ। ਬਿਕਰਮ ਸਿੰਘ ਮਜੀਠੀਆ ਤੇ ਹੋਰ ਪਾਰਟੀ ਨੇ ਜਾਂ ਉਹਨਾਂ ਦੀ ਆਪਣੀ ਹਮਾਇਤ ਵਾਲੀ ਜਿਹੜੀ ਪੈਟ ਵੋਟ ਆ ਉਹ ਵੀ ਹੈਗੀ ਸੀ। ਸੋ ਅਕਾਲੀ ਦਲ ਤੀਜੇ ਨੰਬਰ ਤੇ ਆਇਆ, ਪਰ ਤੀਜੇ ਨੰਬਰ ਤੇ ਆਉਣਾ ਜਿਹੜੀ ਪਾਰਟੀ ਰਾਜ ਕਰਦੀ ਰਹੀ ਆ 25-30 ਸਾਲ, ਉਹਦਾ ਤੀਜੇ ਨੰਬਰ ਤੇ ਡਿੱਗ ਜਾਣਾ, ਇਹ ਸਾਰਾ ਉਹਨਾਂ ਨੂੰ ਸੋਚਣ ਵਿਚਾਰਨ ਲਈ ਮੈਨੂੰ ਕਰੇਗਾ। ਤੇ ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਦੇਖਦੇ ਹੋ? ਉਹਨਾਂ ਨੇ ਇੱਕ ਵੱਡਾ ਗੇਨ ਜਿਹੜਾ ਹੈ ਇਸ ਵਾਰ ਅਕਾਲੀਆਂ ਤੋਂ ਲਹਿਦਾ ਹੋ ਕੇ ਜਿਹੜੀਆਂ ਚੋਣਾਂ ਲੜੀਆਂ ਨੇ ਔਰ ਕਾਫੀ ਵੋਟ ਉਹਨਾਂ ਨੂੰ ਪਈ ਹੈਗੀ। ਹਾਂਜੀ ਬਿਲਕੁਲ। ਸੋ ਭਾਰਤੀ ਜਨਤਾ ਪਾਰਟੀ ਨੂੰ 1,34,000 ਦੇ ਕਰੀਬ ਆ ਜਿਹੜੀ ਵੋਟ ਪਈ ਹੈਗੀ ਆ, ਔਰ ਭਾਰਤੀ ਜਨਤਾ ਪਾਰਟੀ ਨੇ ਆਪਣਾ ਕਿਲਾ ਮਜ਼ਬੂਤ ਕਰ ਲਿਆ ਹੋਇਆ। ਸੋ ਹਿੰਦੂ ਵੋਟ ਆ ਜਿਹੜੀ ਉਹ ਵੱਡੀ ਪੱਧਰ ਤੇ ਉਹਨਾਂ ਨੇ ਆਪਣੇ ਨਾਲ ਜੋੜੀ ਹੈ, ਖਾਸ ਕਰਕੇ ਹਿੰਦੂ ਡੋਮੀਨੇਟਡ ਇਲਾਕਿਆਂ ਵਿੱਚ। ਬੇਸ਼ੱਕ ਉਹ ਗਏ ਤਾਂ ਚੌਥੇ ਨੰਬਰ ਤੇ ਆ, ਕੋਈ ਗੱਲ ਨਹੀਂ, ਪਰ ਉਹਨਾਂ ਨੇ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਜਾਂ ਆਪਣੀ ਭਰੋਸੇਯੋਗਤਾ, ਹੈ ਨਾ। ਹੁਣ ਜੇ ਭਾਰਤੀ ਜਨਤਾ ਪਾਰਟੀ ਨੂੰ 20 ਜਾਂ 25,000 ਵੋਟ ਮਿਲਦੀ ਤਾਂ ਕਹਿ ਸਕਦੇ ਸੀ ਵੀ ਲੋਕ ਉਹਨੂੰ ਨਕਾਰ ਰਹੇ ਆ, ਉਹਦੇ ਨਾਲ ਨਹੀਂ ਨੇ। ਪਰ ਹੁਣ 1,34,000 ਵੋਟ ਆਉਣ ਨਾਲ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਮਜ਼ਬੂਤ ਕਰਿਆ। ਉਹਨਾਂ ਦੀ ਵੋਟ ਪਰਸੈਂਟੇਜ ਇਸ ਜਲੰਧਰ ਇਲਾਕੇ 'ਚ ਵਧੀ ਹੈਗੀ ਆ। ਸੋ ਹੁਣ ਇਸ ਸੰਦਰਭ ਨੂੰ ਦੇਖਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਅਗਲੀ ਰਣਨੀਤੀ ਕੀ ਅਪਣਾਉਂਦੀ ਆ, ਪੰਜਾਬ ਵਿੱਚੋਂ ਕਿਸ ਤਰ੍ਹਾਂ ਆਪਰੇਟ ਕਰਦੀ ਹੈਗੀ ਆ। ਆਇਆ ਉਹ ਗੱਠਜੋੜ ਕਰੇਗੀ ਕਿਸੇ ਨਾਲ ਜਾਂ ਆਪਣੇ ਤੌਰ ਤੇ ਲੜੇਗੀ, ਪਰ ਇਹ ਕਹਿ ਸਕਦੇ ਆ ਵੀ ਜਲੰਧਰ ਦੀ ਚੋਣ ਨੇ ਉਹਨੂੰ ਹੁਲਾਰਾ ਦਿੱਤਾ ਹੈ, ਉਹਦੀ ਲੀਡਰਸ਼ਿਪ ਵਿੱਚ ਹੌਸਲਾ ਆਇਆ ਹੈ, ਜਿਹੜਾ ਭਰੋਸਾ ਵਧਿਆ ਹੈ। ਇਹਦੇ ਚੋਂ ਜੇ ਸਹਿ ਭਰੋਸਾ ਟੁੱਟਿਆ ਤਾਂ ਕਾਂਗਰਸ ਦਾ ਟੁੱਟਿਆ। ਸੋ ਕਾਂਗਰਸ ਨੂੰ ਇਹ ਮੰਨਿਆ ਜਾ ਸਕਦਾ ਵੀ ਸੱਤਾਧਾਰੀ ਧਿਰ ਹੀ ਜਿਮਨੀ ਚੋਣ ਲੈ ਕੇ ਜਾਂਦੀ ਹੈ, ਪਰ ਕਾਂਗਰਸ ਨੂੰ ਹੁਣ ਆਪਣੇ ਅੰਦਰ ਆਤਮ ਚੀਨਨ ਕਰਨਾ ਪਊਗਾ ਵੀ 8 ਮਹੀਨਿਆਂ ਤੋਂ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਨੇ 9 ਮਹੀਨਿਆਂ ਤੋਂ ਬਾਅਦ, ਉਹਦੇ ਵਿੱਚ ਕਾਂਗਰਸ ਨੇ ਕਿਸ ਤਰ੍ਹਾਂ ਦੀ ਰਣਨੀਤੀ ਔਰ ਕਿਸ ਤਰ੍ਹਾਂ ਦੀ ਯੋਜਨਾਬੰਦੀ ਨਾਲ ਮੈਦਾਨ ਵਿੱਚ ਉਤਰਨਾ। ਤੇ ਦੂਜੇ ਬੰਨੇ ਇੱਕ ਵੱਡਾ ਸਵਾਲ ਜਿਹੜਾ ਸਾਹਮਣੇ ਆ ਰਿਹਾ, ਕੀ ਦੁਬਾਰਾ ਹੋ ਸਕਦਾ ਹੈ ਅਕਾਲੀ ਬੀਜੇਪੀ ਗੱਠਜੋੜ? ਕਿਉਂਕਿ ਜਿੱਦਾਂ ਦੇ ਹਾਲਾਤ ਨੇ ਹੁਣ ਵੀ ਜੇ ਦੋਵਾਂ ਦੀਆਂ ਵੋਟਾਂ ਆਪਾਂ ਜੋੜ ਵੀ ਲਈਏ ਤਾਂ ਕਿਤੇ ਨਾ ਕਿਤੇ ਕਾਫੀ ਵੱਧ ਬਣਦੀਆਂ ਹੈਗੀਆਂ। ਕਿਵੇਂ ਦੇਖਦੇ ਹੋ? ਹਾਂ, ਇੱਕ ਤਾਂ ਇਹ ਹੈਗਾ ਵੀ ਪਰਦਿਓਂ ਪਿੱਛੇ ਤਾਂ ਗੱਲਾਂ ਆ ਰਹੀਆਂ ਨੇ ਵੀ ਗੱਠਜੋੜ ਹੋ ਸਕਦਾ, ਪਰ ਚੋਣਾਂ ਦੇ ਇਲੈਕਸ਼ਨਾਂ ਦੇ ਨਤੀਜੇ ਆਉਣ ਤੋਂ ਬਾਅਦ ਇੱਕਦਮ ਬਾਅਦ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਕੇਂਦਰ ਵਿੱਚ ਮੰਤਰੀ ਨੇ, ਉਹਨਾਂ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਹੈਗਾ ਵੀ ਇਹ ਸਾਡਾ ਅਕਾਲੀਆਂ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਜੀ, ਹੈ ਨਾ। ਸੋ ਹੁਣ ਉਹਨਾਂ ਦਾ ਬਿਆਨ ਆ, ਉਹ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਔਰ ਪੰਜਾਬ ਦੀ ਸਾਰੀ ਰਣਨੀਤੀ ਨੂੰ ਜਾਂ ਰਾਜਨੀਤੀ ਨੂੰ ਹਰਦੀਪ ਸਿੰਘ ਪੁਰੀ ਦੇਖਦੇ ਆ। ਉਹਨਾਂ ਦਾ ਇੱਕਦਮ ਸਟੀਕ ਬਿਆਨ ਆ ਜਾਣਾ ਇਹ ਹੁਣ ਦੋ ਤਰ੍ਹਾਂ ਦੇ ਜਿਸ ਤਰ੍ਹਾਂ ਸਿਨੈਰੀਓ ਪੇਸ਼ ਕਰਦਾ। ਇੱਕ ਤਾਂ ਇਹ ਕਰਦਾ ਹੈਗਾ ਵੀ ਉਹ ਅਕਾਲੀ ਦਲ ਨੂੰ ਭੁੰਜੇ ਲਾਉਣਾ ਚਾਹੁੰਦੇ ਆ, ਹੈ ਨਾ। ਵੀ ਦੂਸਰਾ ਹੈਗਾ ਵੀ ਉਹ ਇਹ ਹੈਗਾ ਵੀ ਅਕਾਲੀ ਦਲ ਨਾਲ ਜੇ ਬਾਰਗੇਨਿੰਗ ਵੀ ਹੁੰਦੀ ਆ ਉਹਦੇ ਵਿੱਚ ਉਹ ਆਪਣੇ ਆਪ ਨੂੰ ਸ਼ਕਤੀਵਾਨ ਬਣ ਕੇ ਰਹਿਣਗੇ, ਵੀ ਉਹ ਨੰਬਰ 1 ਦੇ ਪਲੇਅਰ ਜਿੱਦਾਂ ਪੈਰ ਉੱਪਰ ਰੱਖਣਗੇ। ਹਾਂ, ਵੀ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਵੀ ਨੰਬਰ 1 ਪਲੇਅਰ ਵੀ ਅਕਾਲੀ ਦਲ ਸੈਕੰਡਰੀ ਪਲੇਅਰ ਹੋਊਗਾ ਜਾਂ ਨੰਬਰ 1 ਪਲੇਅਰ ਆ ਜਿਹੜਾ ਉਹ ਬੀਜੇਪੀ ਫੈਸਲਾ ਕਰੂਗੀ ਵੀ ਅਕਾਲੀ ਦਲ ਨੇ ਕਿੰਨੀਆਂ ਸੀਟਾਂ ਲੈਣੀਆਂ ਜਾਂ ਕਿਹੜੇ ਉਮੀਦਵਾਰ ਆ ਜਿਹੜੇ ਅਕਾਲੀ ਦਲ ਦੇ ਆਉਣਗੇ, ਹੈ ਨਾ। ਦੂਸਰਾ ਸਿਨੈਰੀਓ ਇਹ ਉੱਭਰ ਰਿਹਾ ਹੈ, ਜਿਹੜੇ ਕੁਝ ਵਿਦਵਾਨ ਸਿੱਖ ਵਿਦਵਾਨਾਂ ਨਾਲ ਸਾਡੀ ਗੱਲ ਹੋਈ ਆ, ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਨੂੰ ਇਹ ਕੋਈ ਮਤਲਬ ਨਹੀਂ ਹੈ ਵੀ ਉਹਨਾਂ ਨੂੰ ਪੰਜਾਬ ਵਿੱਚ ਕਿੰਨੀਆਂ ਸੀਟਾਂ ਆਉਂਦੀਆਂ ਨੇ ਜਾਂ ਕਿੰਨੀਆਂ ਨਹੀਂ ਆਉਂਦੀਆਂ। ਉਹ ਪੰਜਾਬ ਵਿੱਚ ਸੀਟਾਂ ਜਿੱਤਣ ਵਾਲੇ ਮਨਸ਼ੇ ਨਾਲ ਆ ਹੀ ਨਹੀਂ ਰਹੇ, ਉਹ ਪੰਜਾਬ ਵਿੱਚ ਆ ਰਹੇ ਵੀ ਸਿੱਖਾਂ ਨਾਲ ਜਿਹੜਾ ਰਿਲੇਸ਼ਨ ਬਣਾਉਣਾ ਉਹ ਸਿੱਧਾ ਬਣਾਇਆ ਜਾਵੇ, ਵਾਇਆ ਅਕਾਲੀ ਦਲ ਨਾ ਬਣੇ। ਕਿਉਂਕਿ ਹੁਣ ਤੱਕ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਠਜੋੜ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਇਸ ਢੰਗ ਨਾਲ ਉਹਨਾਂ ਨੂੰ ਰੱਖਿਆ ਹੋਇਆ ਸੀ ਵੀ ਸਿੱਖਾਂ ਬਾਰੇ ਜਿਹੜੀ ਕੋਈ ਵੀ ਗੱਲ ਹੁੰਦੀ ਸੀ ਉਹ ਵਾਇਆ ਪ੍ਰਕਾਸ਼ ਸਿੰਘ ਬਾਦਲ ਐਂਡ ਬਾਦਲ ਫੈਮਿਲੀ ਜਾਂ ਅਕਾਲੀ ਦਲ ਹੋ ਕੇ ਜਾਂਦੀ ਸੀ। ਹੁਣ ਤੁਸੀਂ ਦੇਖੋ ਇਹ ਖਬਰਾਂ ਨੇ ਵੀ ਧਾਰਾ 25B ਨੂੰ ਕਿਤੇ ਨਾ ਕਿਤੇ ਖਤਮ ਕਰਨ ਦਾ ਸਰਕਾਰ ਵਿੱਚ ਫੈਸਲਾ ਹੋਇਆ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀਆਂ ਮਿਣਤੀਆਂ ਸਰ ਕਹਿਤਾ ਵੀ ਨਾ ਕਰੋ, ਕਿਉਂਕਿ ਸਾਡੀ ਜਿਹੜੀ ਦਲਿਤ ਵੋਟ ਆ ਉਹ ਟੁੱਟ ਜਾਣੀ। ਖਾਸ ਕਰਕੇ ਚਰਨਜੀਤ ਸਿੰਘ ਅਟਵਾਲ ਦਾ ਨਾਮ ਆਉਂਦਾ ਜੀ ਵੀ ਉਹਨੇ ਨਹੀਂ ਹੋਣ ਦਿੱਤਾ। ਇਸੇ ਤਰ੍ਹਾਂ ਕਿਸੇ ਟਾਈਮ ਤੇ ਆਇਆ ਸੀ ਅੱਜ ਤੋਂ 7-8-10 ਸਾਲ ਪਹਿਲਾਂ ਵੀ ਕੁਝ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਪਰ ਉਹਦੇ ਤੇ ਵੀ ਆਉਂਦਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਉਹ ਰੋਕ ਲਾਈ ਆ। ਸੋ ਇਟ ਮੀਨਸ ਜਿਹੜਾ ਬੀਜੇਪੀ ਦਾ ਸਿੱਖਾਂ ਨਾਲ ਰਿਸ਼ਤਾ ਉਹ ਸਿੱਧਾ ਬਣਾਉਣਾ ਚਾਹੁੰਦੀ ਆ। ਹੁਣ ਸਿੱਧਾ ਰਿਸ਼ਤਾ ਬਣਾ ਕੇ ਉਹ ਜੈਨੀਆਂ ਵਾਂਗ ਇਹਨਾਂ ਨੂੰ ਹੜੱਪ ਕਰਨਾ ਚਾਹੁੰਦੀ ਆ ਜਾਂ ਉਹਨਾਂ ਨੂੰ ਬਰਾਬਰ ਦੇ ਧਿਰ ਬਣਾ ਕੇ ਉਹਨਾਂ ਨਾਲ ਇੱਕ ਸਾਂਝ ਕਰਨੀ ਚਾਹੁੰਦੀ। ਇਹ ਉਹਨਾਂ ਦੇ ਮਨਸ਼ੇ ਕੀ ਨੇ ਇਹ ਪੜਨ ਦੀ ਲੋੜ ਹੈ ਨਾ। ਵਿਦਵਾਨਾਂ ਦਾ ਕਹਿਣਾ ਵੀ ਉਹ ਡਾਇਰੈਕਟ ਰਿਲੇਸ਼ਨ ਚਾਹੁੰਦੀ ਆ
ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਬਾਹਰ ਕੱਢ ਕੇ ਹੁਣ ਇਹਦੇ ਚੋਂ ਇਹ ਸਿੱਖਾਂ ਨੇ ਫੈਸਲਾ ਕਰਨਾ ਹੈ ਵੀ ਉਹਨਾਂ ਨੇ ਜੈਨੀਆਂ ਤੇ ਬੋਧੀਆਂ ਵਾਂਗੂ ਹੜੱਪ ਹੋ ਜਾਣਾ ਉਸ ਸੰਘ ਪਰਿਵਾਰ ਦੇ ਉਹਦੇ ਚ ਮਤਲਬ ਸਿਮੂਲੇਟ ਹੋ ਜਾਣਾ ਹੈ ਜਾਂ ਕਿ ਜਾਂ ਫਿਰ ਆਪਣੀ ਵੱਖਰੀ ਹੋਂਦ ਜਿਹੜੀ ਆ ਪਹਿਚਾਣ ਆ ਇਹ ਰੱਖਣੀ ਹੈਗੀ ਆ। ਸੋ ਹੁਣ ਇਹ ਦੋ ਸਿਨੈਰੀਓ ਨੂੰ ਵੀ ਅਕਾਲੀ ਦਲ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਤੇ ਆਪ ਉਹ ਹੋ ਕੇ ਚੱਲਿਆ ਜਾਵੇ, ਸਿੱਖਾਂ ਨਾਲ ਡਾਇਰੈਕਟ ਰਿਲੇਸ਼ਨ ਬਣਾਇਆ ਜਾਵੇ ਜਾਂ ਅਕਾਲੀ ਦਲ ਨਾਲ ਬਾਰਗੇਨਿੰਗ ਕਰਕੇ ਵੱਧ ਪਾਵਰ ਲਈ ਜਾਵੇ। ਜੀ ਬਿਲਕੁਲ। ਤੇ ਦੂਜੇ ਬੰਨੇ ਜੇ ਅਕਾਲੀ ਦਲ ਦੀ ਗੱਲ ਕਰੀ ਤੇ ਫਿਰ ਅਸਲ ਰਿਵਾਈਵਲ ਹੋ ਕਿਵੇਂ ਸਕਦਾ ਇੱਥੋਂ, ਜੇ ਆ ਸਾਰੇ ਸਿਨਾਰੀਓ ਨੂੰ ਅਕਾਲੀ ਦਲ ਵਾਲੇ ਵੀ ਤਾਂ ਦੇਖ ਹੀ ਰਹੇ ਹੋਣਗੇ ਕਿ ਜਾਂ ਸਿਰਫ ਉਹ ਬਾਦਲ ਪਰਿਵਾਰ ਦੇ ਆਲੇ ਦੁਆਲੇ ਹੀ ਘੁੰਮੀ ਜਾਂਦੇ ਆ? ਨਹੀਂ, ਜਿਹੜਾ ਮੈਂ ਨਿੱਜੀ ਤੌਰ ਤੇ ਜਿੰਨਾ ਕੁ ਅਕਾਲੀ ਪੋਲਿਟਿਕਸ ਨੂੰ ਸਮਝਦਾ, ਮੈਂ ਇਸ ਜੋ ਅੱਜ ਅਕਾਲੀ ਦਲ ਦੀ ਸਥਿਤੀ ਆ ਉਹਦੇ ਵਿੱਚ ਦਾਅਵੇ ਨਾਲ ਕਹਿ ਸਕਦਾ ਵੀ ਵਰਤਮਾਨ ਸਟਰਕਚਰ ਵਿੱਚ ਅਕਾਲੀ ਦਲ ਦੀ ਪੁਨਰ ਸਰਜੀਤੀ ਸੰਭਵ ਨਹੀਂ ਹੈ। ਜੀ ਅਕਾਲੀ ਦਲ ਦੀ ਪੁਨਰ ਸਰਜੀਤੀ ਜੇ ਹੋਣੀ ਆ ਤਾਂ ਇਸ ਸਟਰਕਚਰ ਤੋਂ ਬਾਹਰ ਹੋਣੀ ਆ। ਜੇ ਉਹਨਾਂ ਨੇ ਇਹ ਢਾਂਚਾ, ਇਹ ਪੂਰੀ ਲੀਡਰਸ਼ਿਪ ਜਿਹੜੀ 1997 ਤੋਂ ਬਾਅਦ ਆਈ ਆ, ਇਹ ਸਾਰੀ ਪਰੇ ਕਰਨੀ ਪੈਣੀ ਹੈ, ਜਿਹੜੀ ਕਿ ਨਹੀਂ ਹੋਏਗੀ, ਹਨਾ। ਸੋ ਇਸ ਤਰ੍ਹਾਂ ਨਾਲ ਉਹਦੇ ਚੋਂ ਜੇ ਛੋਟੇ ਮੋਟੇ ਕੁਝ ਲੋਕ ਨੇ ਜਿੱਦਾਂ ਕਰਨੈਲ ਸਿੰਘ ਪੰਜੋਲੀ ਵਰਗੇ ਜਾਂ ਸੁਖਦੇਵ ਸਿੰਘ ਭੌਰ ਵਰਗੇ ਜਾਂ ਇਕਬਾਲ ਸਿੰਘ ਝੁੰਦਾ ਵਰਗੇ, ਜਿਹੜੀ ਉਹ ਨੀਤੀ ਆ, ਉਹ ਬੰਦੇ ਜੇ ਨਵੇਂ ਆਉਣਗੇ, ਨਵੇਂ ਪ੍ਰਧਾਨ, ਨਵੀਂ ਟੀਮ ਆਊਗੀ, ਨਵਾਂ ਸਿਧਾਂਤ ਆਊਗਾ ਔਰ ਇਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮਲਾਈਆਂ ਛਕਿਆ ਨੇ 1997 ਤੋਂ ਬਾਅਦ, ਉਹਨਾਂ ਸਾਰਿਆਂ ਨੂੰ ਪਾਸੇ ਕਰਨਾ ਪਊਗਾ। ਬਿਲਕੁਲ ਨਵੇਂ ਉਹ ਹੋਣਾ ਨਹੀਂ, ਮੌਜੂਦਾ ਹਾਲਾਤਾਂ 'ਚ ਤਾਂ ਪੋਸੀਬਲ ਨਹੀਂ ਹੈਗਾ ਨਾ। ਸੋ ਉਹਦੇ ਚੋਂ ਹੈਗਾ ਵੀ ਫਿਰ ਸਿੱਖਾਂ ਦੀ ਆਪਣੀ ਇੱਕ ਵੱਖਰੀ ਜਿਹੜੀ ਨੌਜਵਾਨਾਂ ਦੀ ਪਾਰਟੀ ਆ, ਜਿਹਦੇ 'ਚ ਜਿਸ ਤਰ੍ਹਾਂ ਭਾਈ ਦੀਪ ਸਿੱਧੂ ਨੇ ਯਤਨ ਕਰਿਆ ਜਾਂ ਭਾਈ ਅਮਰਤਪਾਲ ਸਿੰਘ ਨੇ ਯਤਨ ਕਰਿਆ। ਸੋ ਉਹ ਜਿਹੜੀ ਸੱਚੇ ਸੁੱਚੇ ਸਿੱਖਾਂ ਦੀ ਜਿਹੜੀ ਇੱਕ ਰੂਹਾਨੀਅਤ ਨਾਲ ਭਰਪੂਰ ਸਿੱਖਾਂ ਦੀ ਇੱਕ ਨਵੇਂ ਜਜ਼ਬੇ ਦੀ, ਜਿਹੜਾ ਅਕਾਲੀ ਦਲ ਦੇ ਇਸ ਤਜਰਬੇ ਤੋਂ ਮੁਕਤ ਹੋਵੇ, ਜਿਹੜਾ ਲਾਲਚ ਵਾਲੀ ਰਾਜਨੀਤੀ ਤੋਂ ਮੁਕਤ ਹੋਵੇ, ਜਿਹੜਾ ਇੱਕ ਤਰ੍ਹਾਂ ਨਾਲ ਬਿਜ਼ਨਸ ਵਾਲੀ ਰਾਜਨੀਤੀ ਤੋਂ ਮੁਕਤ ਹੋਵੇ, ਜਿਹੜਾ ਕੌਮ ਦੀ ਰਾਜਨੀਤੀ ਕਰੇ, ਜਿਹਦੇ ਲਈ ਕੌਮ ਦੇ ਹਿੱਤ ਸਾਹਮਣੇ ਹੋਣ, ਉਹਦੇ ਆਪਣੇ ਨਿੱਜੀ ਹਿੱਤ ਨਾ ਸਾਹਮਣੇ ਹੋਣ। ਉਹ ਨਵਾਂ ਸਟਰਕਚਰ, ਨਵਾਂ ਢਾਂਚਾ, ਨਵੇਂ ਲੋਕ, ਨਵੇਂ ਚਿਹਰੇ, ਨਵੀਆਂ ਨੀਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ, ਪੰਥ ਨੂੰ ਔਰ ਕੌਮ ਦੇ ਹਿੱਤਾਂ ਨੂੰ ਪਰਨਾਈਆਂ ਹੋਣ, ਉਹਦੇ ਨਾਲ ਰਿਵਾਈਵਲ ਹੋ।